वेलकम स्टूडेंट्स। ऑनलाइन एजुकेशन चैनल एडुक्रेसी एजुकेशन फॉर ऑल ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਸਾਇੰਸ ਵਿਗਿਆਨ ਕਲਾਸ 8th ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੈਪਟਰ 1 ਦਾ ਦੂਜਾ ਭਾਗ ਪਾਰਟ 2 ਜੋ ਕਿ ਪਹਿਲਾ ਭਾਗ ਤੁਸੀਂ ਪੜ੍ਹ ਚੁੱਕੇ ਹੋ ਕਰਾਂਗੇ, ਜੋ ਕਿ ਲੈਸਨ ਦਾ ਨਾਮ ਹੈ ਫਸਲ ਉਤਪਾਦਨ ਅਤੇ ਪ੍ਰਬੰਧਨ ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ। ਇਹ ਜੋ ਐਜੂਕੇਸ਼ਨ ਟਿਊਟੋਰੀਅਲ ਹੈ ਇਹ ਤੁਹਾਡੇ ਵਾਸਤੇ ਬਰਾਸ ਫਾਊਂਡੇਸ਼ਨ लेके आया है। जिवें कि तुहानूं पता बच्चों, पिछले पार्ट विच पिछले भाग विच असीं खाद पाउण तक पढ़ चुके सां। सो उस तो आओ अगे वधदे हां ते मैं तुहानूं फिर एक बार बेनती करांगा कि तुसीं अपणियां कापियां पेन अपने कोल पेंसिलां अपने कोल रखो ते ये सारे जो भी महत्वपूर्ण पॉइंट्स ने या जो भी इंपॉर्टेंट वर्ड्स ने अखर ने कोई इंपॉर्टेंट वो तुसीं नोट करने हैं। ਤੇ ਕਈ ਸ਼ਬਦਾਂ ਦੇ ਤੁਹਾਨੂੰ ਇੰਗਲਿਸ਼ ਵੀ ਨਾਲ ਨਾਲ ਦੱਸੀ ਜਾਏਗੀ ਜੋ ਕਿ ਤੁਹਾਡੇ ਕਿਤਾਬ ਵਿੱਚ ਵੀ ਲਿਖੀ ਹੋਈ ਹੈ, ਉਹ ਵੀ ਤੁਸੀਂ ਨਾਲ ਨਾਲ ਨੋਟ ਕਰਦੇ ਜਾਣਾ। ਸੋ ਆਓ ਇਸ ਲੈਸਨ ਵਿੱਚ ਅੱਗੇ ਵਧਦੇ ਹਾਂ। ਤੁਹਾਨੂੰ ਪਤਾ ਹੈ ਕਿ ਇਸ ਲੈਸਨ ਦੇ ਦੋ ਕਿਰਦਾਰ ਨੇ, ਪਹੇਲੀ ਤੇ ਬੂਝੋ। ਇਹ ਵੀ ਆਪਣੇ ਆਪਣੇ ਸਵਾਲ ਇਸ ਦੇ ਦੌਰਾਨ ਪੁੱਛਦੇ ਰਹਿਣਗੇ ਤੇ ਤੁਸੀਂ ਇਹ ਸਵਾਲ ਵੀ ਬੜੇ ਧਿਆਨ ਨਾਲ ਸੁਣਨੇ ਹੈ ਤੇ ਇਹਨਾਂ ਦੇ ਜਵਾਬ ਵੀ ਬਹੁਤ ਹੀ ਧਿਆਨ ਨਾਲ ਸੁਣਨੇ ਹੈ ਅਤੇ ਆਪਣੀਆਂ ਕਾਪੀਆਂ ਵਿੱਚ ਨੋਟ ਕਰਨੇ ਹੈ। ਸੋ ਆਓ ਅੱਗੇ ਵਧੀਏ। ਸਿੰਚਾਈ, जिसनों अंग्रेजी विच इंग्लिश विच इरीगेशन कहा जाता है। इत्थे बार बार तुहानूं इंग्लिश विच दस्सण दा मतलब यह है कि 10वीं तो बाद जिवें तुसीं अगे वधोगे तां काफ़ी जो मटीरियल है साइंस का खासकर वो तुहानूं अंग्रेजी विच ही इंग्लिश विच ही उपलब्ध है। सो इस करके तुसीं 8वीं 9वीं 10वीं के दौरान इंग्लिश विच अपना जो ग्रिप है वो अच्छी कर लेनी है ताकि अगे वध के तुहानूं साइंस विच अपना करियर बनाउण विच कोई दिक्कत ना आवे। सो आओ, ਸਾਰੇ ਸੰਜੀਵਾਂ ਨੂੰ ਜਿਉਂਦੇ ਰਹਿਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪੌਦੇ ਢੁਕਵੇਂ ਵਾਧੇ ਲਈ ਅਤੇ ਫੁੱਲਾਂ ਫਲਾਂ ਅਤੇ ਬੀਜਾਂ ਦੇ ਵਿਕਾਸ ਲਈ ਪਾਣੀ ਬਹੁਤ ਹੀ ਮਹੱਤਵਪੂਰਨ ਹੈ। ਸੋ ਆਪਾਂ ਨੂੰ ਪਤਾ ਹੈ ਕਿ ਪੌਦਿਆਂ ਦੇ ਵਿਕਾਸ ਲਈ ਪਾਣੀ ਬਹੁਤ ਹੀ ਮਹੱਤਵਪੂਰਨ ਹੈ। ਜਿਵੇਂ ਕਿ ਇਨਸਾਨ ਵਾਸਤੇ ਵੀ ਆਪਾਂ ਲੋਕਾਂ ਵਾਸਤੇ ਵੀ ਜੋ ਪਾਣੀ ਹੈ ਬਹੁਤ ਹੀ ਜ਼ਰੂਰੀ ਹੈ, ਇਸੇ ਤਰ੍ਹਾਂ ਪੌਦੇ ਵਾਸਤੇ ਵੀ ਪਾਣੀ ਬਹੁਤ ਹੀ ਜ਼ਰੂਰੀ ਹੈ। पानी पौधे ਦੀਆਂ ਜੜ੍ਹਾਂ ਦੁਆਰਾ ਸੋਖਿਆ ਜਾਂਦਾ ਹੈ। ਦੇਸੀ ਖਾਦ ਅਤੇ ਰਸਾਇਣ ਖਾਦ ਵੀ ਪਾਣੀ ਨਾਲ ਹੀ ਸੋਖੀਆਂ ਜਾਂਦੀਆਂ ਹਨ। ਸੋਖਿਆ ਦਾ ਮਤਲਬ ਹੈ ਚੂਸੀਆਂ ਜਾਂਦੀਆਂ, ਉਹ ਸੱਕ ਕਰਦੀਆਂ ਜੋ ਉਹਨਾਂ ਦੀਆਂ ਜੜ੍ਹਾਂ ਉਹ ਧਰਤੀ ਵਿੱਚੋਂ ਪਾਣੀ ਰਾਹੀਂ ਪਾਣੀ ਚੂਸਦੀਆਂ ਨੇ ਤੇ ਉਹਦੇ ਨਾਲ ਹੀ ਖਾਦ ਅਤੇ ਹੋਰ ਪੋਸ਼ਕ ਤੱਤ ਜਿਹੜੇ ਹੈਗੇ ਨੇ ਉਹ ਵੀ ਪਾਣੀ ਰਾਹੀਂ ਹੀ ਪੌਦੇ ਤੱਕ ਪਹੁੰਚਦੇ ਨੇ। ਪਾਣੀ ਇਸ ਲਈ ਵੀ ਬਹੁਤ ਜ਼ਰੂਰੀ ਹੈ क्योंकि खुश्क हालातों में बीजा का पुंगना संभव नहीं है। पानी तो बिना जो बीज पुंग नहीं सकते, पौधे बन नहीं सकते, इस करके पानी फिर बहुत जरूरी है। पानी में घुले हुए पोषक तत्व पौधे के हरेक भाव की अंग तक पहुँचाए जाते हैं, जिमें कि पत्ते तना फल फुल ये सारे जो हैं पौधे के अंग हैं, इन्हां तक पानी राही ही जो पोषक तत्व हैं वो पहुँचाए जाते हैं। पानी फसल ਨੂੰ ਠੰਡੀਆਂ ਅਤੇ ਗਰਮ ਹਵਾਵਾਂ ਸਮੇਂ ਵੀ ਬਚਾ ਕੇ ਰੱਖਦਾ ਹੈ। ਸੋ ਜਿਵੇਂ ਕਿ ਮੌਸਮ ਬਦਲਦਾ ਰਹਿੰਦਾ ਹੈ, ਕਦੀ ਬਹੁਤ ਹੀ ਠੰਡੀਆਂ ਹਵਾਵਾਂ ਤੇ ਕਦੀ ਬਹੁਤ ਹੀ ਗਰਮ ਹਵਾਵਾਂ ਚੱਲਦੀਆਂ, ਇਹਨਾਂ ਹਵਾਵਾਂ ਤੋਂ ਵੀ ਪਾਣੀ ਪੌਦੇ ਨੂੰ ਬਚਾ ਕੇ ਰੱਖਦਾ ਹੈ। ਭੂਮੀ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖਣ ਲਈ ਖੇਤਾਂ ਨੂੰ ਲਗਾਤਾਰ ਸਿੰਚਾਈ ਦੀ ਲੋੜ ਹੁੰਦੀ ਹੈ ਤਾਂ ਕਿ ਸਿਹਤਮੰਦ ਫਸਲ ਪ੍ਰਾਪਤ ਕੀਤੀ ਜਾ ਸਕੇ। ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਫਸਲਾਂ ਨੂੰ ਵੱਖ-ਵੱਖ ਅੰਤਰਾਲ ਹੁੰਦਾ ਸਮੇਂ-ਸਮੇਂ ਤੇ ਥੋੜੇ ਸਮੇਂ ਦੇ ਵਿੱਥ ਨਾਲ ਅੰਤਰਾਲ ਤੇ ਪਾਣੀ ਦਿੱਤਾ ਜਾਂਦਾ ਹੈ। ਇਸ ਨੂੰ ਸਿੰਚਾਈ ਆਖਦੇ ਹਨ। ਸਿੰਚਾਈ ਕਿਸ ਨੂੰ ਆਖਦੇ ਹਨ? ਭੂਮੀ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖਣ ਲਈ ਖੇਤਾਂ ਨੂੰ ਸਿੰਚਾਈ ਦੀ ਲੋੜ ਹੈ ਤਾਂ ਕਿ ਸਿਹਤਮੰਦ ਫਸਲ ਪ੍ਰਾਪਤ ਕੀਤੀ ਜਾ ਸਕੇ। ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਫਸਲਾਂ ਨੂੰ ਵੱਖ-ਵੱਖ ਅੰਤਰਾਲ ਤੇ ਜੋ ਪਾਣੀ ਦਿੱਤਾ ਜਾਂਦਾ ਹੈ ਉਸ ਨੂੰ ਸਿੰਚਾਈ ਕਹਿੰਦੇ ਹਨ। ਫਸਲਾਂ ਨੂੰ ਜੋ ਵੱਖ-ਵੱਖ ਅੰਤਰਾਲ ਤੇ ਪਾਣੀ ਦਿੱਤਾ ਜਾਂਦਾ ਹੈ ਉਸ ਨੂੰ ਸਿੰਚਾਈ ਆਖਦੇ ਹਨ। ਸਿੰਚਾਈ ਕਿਸ ਤੇ ਡਿਪੈਂਡ ਕਰਦੀ ਹੈ, ਕਿਸ ਤੇ ਨਿਰਭਰ ਕਰਦੀ ਹੈ? ਕਿਸੇ ਫਸਲ ਨੂੰ ਵੱਧ ਪਾਣੀ ਚਾਹੀਦਾ ਹੈ, ਕਿਸੇ ਨੂੰ ਘੱਟ ਪਾਣੀ ਚਾਹੀਦਾ ਹੈ। ਸਿੰਚਾਈ ਫਸਲਾਂ ਦੀ ਕਿਸਮ, ਭੂਮੀ ਦੀ ਕਿਸਮ, ਕੋਈ ਜੋ ਮਿੱਟੀ ਹੈ ਉਹ ਪਾਣੀ ਜ਼ਿਆਦਾ ਦੇਰ ਤੱਕ ਸੋਖ ਕੇ ਰੱਖਦੀ ਹੈ, ਕਿਸੇ ਵਿੱਚੋਂ ਪਾਣੀ ਉੜ ਜਾਂਦਾ ਹੈ, ਕਿਸੇ ਵਿੱਚ ਪਾਣੀ ਸੋਖ ਲਿੱਤਾ ਜਾਂਦਾ ਹੈ। ਸੋ ਮਿੱਟੀ ਦੀਆਂ ਵੀ ਕਈ ਕਿਸਮਾਂ ਨੇ ਤੇ ਜੋ ਸਿੰਚਾਈ ਹੈ ਉਹ ਵੀ ਸਿੰਚਾਈ ਫਸਲਾਂ ਦੀ ਕਿਸਮ, ਭੂਮੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦੀ ਹੈ। ਮੌਸਮ ਤੇ ਵੀ ਬਹੁਤ ਡਿਪੈਂਡ ਕਰਦੀ ਹੈ, ਨਿਰਭਰ ਕਰਦੀ ਹੈ ਕਿਉਂਕਿ ਆ ਦੇਖੋ ਅੱਗੇ ਦੱਸਿਆ ਗਰਮੀਆਂ ਵਿੱਚ ਸਿੰਚਾਈ ਦੀ ਲੋੜ ਵੱਧ ਹੁੰਦੀ ਹੈ। ਅਜਿਹਾ ਕਿਉਂ?
ਕੀ ਅਜਿਹਾ ਭੂਮੀ ਅਤੇ ਪੱਤਿਆਂ ਦੁਆਰਾ ਪਾਣੀ ਦੇ ਵਾਸ਼ਪੀਕਰਨ ਦੀ ਕਿਰਿਆ ਦੇ ਤੇਜ਼ ਹੋਣ ਕਾਰਨ ਹੁੰਦਾ ਹੈ? ਹਾਂ, ਬਿਲਕੁਲ ਇਹੀ ਕਾਰਨ ਹੈ ਕਿ ਜੋ ਗਰਮੀਆਂ ਵਿੱਚ ਕਿਉਂਕਿ ਧੁੱਪ ਤੇਜ਼ ਹੁੰਦੀ ਹੈ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਜੋ ਵਾਸ਼ਪੀਕਰਨ ਦੀ ਕਿਰਿਆ ਉਹ ਬਹੁਤ ਤੇਜ਼ ਹੁੰਦੀ ਹੈ। ਸੋ ਪਾਣੀ ਬਹੁਤ ਹੀ ਜਲਦੀ ਉੜ ਕੇ ਵਾਤਾਵਰਣ ਵਿੱਚ ਮਿਲ ਜਾਂਦਾ ਹੈ ਵਾਸ਼ਪਾਂ ਦੇ ਰੂਪ ਵਿੱਚ। ਸੋ ਇਸ ਕਰਕੇ ਜੋ ਗਰਮੀ ਵਿੱਚ ਹੈ ਉਹ ਸਿੰਚਾਈ ਦੀ ਲੋੜ ਵੱਧ ਹੁੰਦੀ ਹੈ, ਪਾਣੀ ਦੀ ਲੋੜ ਵੱਧ ਹੁੰਦੀ ਹੈ। ਜੋ ਇਹ ਬੂਝੋ ਹੈ, ਇਹ ਫਿਰ ਦੇਖੋ ਕੁਛ ਆਪਣੀ ਸਵਾਲ ਪੁੱਛ ਰਿਹਾ ਹੈ, ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਇਸ ਸਾਲ ਮੈਂ ਪੌਦਿਆਂ ਨੂੰ ਪਾਣੀ ਦੇਣ ਲਈ ਪੂਰੀ ਸਾਵਧਾਨੀ ਵਰਤਾਂਗਾ। ਕਿਉਂ? ਕਿਉਂਕਿ ਪਿਛਲੇ ਸਾਲ ਮੇਰੇ ਪੌਦੇ ਗਰਮੀਆਂ ਵਿੱਚ ਪਾਣੀ ਦੀ ਘਾਟ ਕਾਰਨ ਸੁੱਕ ਗਏ ਤੇ ਮਰ ਗਏ। ਸੋ ਇਹੀ ਇੱਥੇ ਲਿਖਿਆ ਹੋਇਆ ਜੋ ਬੂਝੋ ਦੀ ਗੱਲ ਹੈ। ਸੋ ਇਸ ਪਿਛਲੀ ਵਾਰ ਬੂਝੋ ਤੋਂ ਗਲਤੀ ਹੋਈ ਹੈ, ਉਸਦੇ ਪੌਦੇ ਗਰਮੀਆਂ 'ਚ ਉਸਨੇ ਪਾਣੀ ਉਹਨਾਂ ਨੂੰ ਘੱਟ ਦਿੱਤਾ ਕਿਉਂਕਿ ਗਰਮੀਆਂ 'ਚ ਪਾਣੀ ਦੀ ਲੋੜ ਵੱਧ ਹੁੰਦੀ ਹੈ। ਸੋ ਇਸ ਕਾਰਨ ਉਸਦੇ ਪੌਦੇ ਸੁੱਕ ਗਏ ਸਨ। ਸੋ ਇਸ ਵਾਰ ਉਹ ਸੋਚ ਰਿਹਾ ਕਿ ਨਹੀਂ, ਇਸ ਵਾਰੀ ਗਲਤੀ ਉਹ ਨਹੀਂ ਕਰੇਗਾ ਤੇ ਪਾਣੀ ਦੀ ਭਰਪੂਰ ਮਾਤਰਾ ਦੇ ਕੇ ਪੌਦਿਆਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੇਗਾ। ਸੋ ਆਓ ਬੱਚਿਓ ਅੱਗੇ ਵਧਦੇ ਹਾਂ। ਸਿੰਚਾਈ ਦੇ ਸੋਮੇ, ਸੋਰਸਿਸ ਆਫ ਇਰੀਗੇਸ਼ਨ। ਸੋਮਿਆਂ ਦਾ ਮਤਲਬ ਸੋਮਿਆਂ ਨੂੰ ਇੰਗਲਿਸ਼ ਵਿੱਚ ਬੋਲਾਂਗੇ ਸੋਰਸਿਸ। ਸਿੰਚਾਈ, ਇਰੀਗੇਸ਼ਨ। ਸੋ ਸਿੰਚਾਈ ਦੇ ਸੋਮੇ ਕਿਹੜੇ ਕਿਹੜੇ ਹਨ? ਸਿੰਚਾਈ ਕਿੱਥੋਂ ਕਿੱਥੋਂ ਕੀਤੀ ਜਾਂਦੀ ਹੈ? ਖੂਹ, ਟਿਊਬਵੈਲ, ਛੱਪੜ, ਝੀਲਾਂ, ਦਰਿਆ, ਬੰਨ ਅਤੇ ਨਹਿਰਾਂ। ਇਹ ਜੋ ਮੁੱਖ ਸੋਮੇ ਨੇ ਜਿੱਥੋਂ ਪਾਣੀ ਲੈ ਕੇ ਸਿੰਚਾਈ ਕੀਤੀ ਜਾਂਦੀ ਹੈ। ਹੁਣ ਸਿੰਚਾਈ ਦੇ ਮੁੱਖ ਦੋ ਢੰਗ ਨੇ। ਨੰਬਰ 1, ਸਿੰਚਾਈ ਦੇ ਰਵਾਇਤੀ ਤਰੀਕੇ। ਰਵਾਇਤੀ ਮਤਲਬ ਟ੍ਰੈਡੀਸ਼ਨਲ, ਜਿਵੇਂ ਕਿ ਹਲ, ਕਰੰਡੀ। ਇਹ ਜੋ ਵਾਹੀ ਦੇ ਰਵਾਇਤੀ ਤਰੀਕੇ ਨੇ, ਟ੍ਰੈਡੀਸ਼ਨਲ ਉਹ ਟੂਲਸ ਨੇ, ਔਜ਼ਾਰ ਨੇ। ਇਸੇ ਤਰ੍ਹਾਂ ਸਿੰਚਾਈ ਦੇ ਵੀ ਰਵਾਇਤੀ ਤੇ ਮਾਡਰਨ ਤੇ ਆਧੁਨਿਕ ਤਰੀਕੇ ਨੇ। ਵੱਖ-ਵੱਖ ਖੇਤਰਾਂ ਵਿੱਚ ਖੂਹਾਂ, ਝੀਲਾਂ ਅਤੇ ਨਹਿਰਾਂ ਦੇ ਪਾਣੀ ਨੂੰ ਖੇਤਾਂ ਆਦਿ ਤੱਕ ਪਹੁੰਚਾਉਣ ਲਈ ਵੱਖ-ਵੱਖ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਢੰਗਾਂ ਵਿੱਚ ਮਨੁੱਖੀ ਸ਼ਕਤੀ ਜਾਂ ਪਸ਼ੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਹ ਢੰਗ ਬਹੁਤ ਸਸਤੇ ਤਾਂ ਹਨ, ਪਰੰਤੂ ਇੰਨੇ ਕਾਰਗਰ ਸਿੱਧ ਨਹੀਂ ਹੁੰਦੇ। ਸਿੰਚਾਈ ਦੇ ਕੁਝ ਰਵਾਇਤੀ ਤਰੀਕੇ ਹਨ। ਨੰਬਰ 1, ਘਿਰਨੀ ਪ੍ਰਣਾਲੀ। ਨੰਬਰ 2, ਚੇਨ ਪੰਪ। ਨੰਬਰ 3, ਢੇਕਲੀ ਦੁਆਰਾ। ਨੰਬਰ 4, ਰਾਹਟ ਜਾਂ ਹਲਟ ਦੁਆਰਾ। ਸੋ ਇਹ 4 ਮੁੱਖ ਤਰੀਕੇ ਨੇ ਜੋ ਕਿ ਪੁਰਾਣੇ ਜ਼ਮਾਨੇ ਵਿੱਚ, ਪੁਰਾਣੇ ਸਮਿਆਂ ਵਿੱਚ ਜਿਨ੍ਹਾਂ ਨਾਲ ਸਿੰਚਾਈ ਕੀਤੀ ਜਾਂਦੀ ਸੀ, ਪਰ ਹੁਣ ਸਮਾਂ ਬਦਲ ਚੁੱਕਿਆ, ਇਹ ਕੁਝ ਜ਼ਿਆਦਾ ਵਰਤਮਾਨ ਵਿੱਚ ਨਹੀਂ ਆਉਂਦੇ। ਸੋ ਜੋ ਮਾਡਰਨ ਤਰੀਕੇ ਨੇ ਉਹ ਅਸੀਂ ਅੱਗੇ ਪੜਾਂਗੇ। ਪਾਣੀ ਨੂੰ ਉੱਪਰ ਖਿੱਚਣ ਲਈ ਆਮ ਤੌਰ ਤੇ ਪੰਪਾਂ ਦਾ ਉਪਯੋਗ ਕੀਤਾ ਜਾਂਦਾ ਹੈ। ਪੰਪ ਚਲਾਉਣ ਲਈ ਡੀਜ਼ਲ, ਬਾਇਓਗੈਸ, ਬਿਜਲੀ ਅਤੇ ਸੂਰਜੀ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਤੇ ਕਿਸੇ ਥਾਂ ਤੇ ਜੇ ਇਹ ਚੀਜ਼ਾਂ ਹਜੇ ਚੱਲ ਵੀ ਗਈਆਂ ਤਾਂ ਉਹਨਾਂ ਨੂੰ ਵੀ ਚਲਾਉਣ ਵਾਸਤੇ ਹੁਣ ਮੋਟਰ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ, ਜਿਸ ਦੀ ਜੋ ਮੋਟਰ ਹੈ ਉਹ ਡੀਜ਼ਲ, ਬਾਇਓਗੈਸ, ਬਿਜਲੀ ਜਾਂ ਸੋਲਰ ਐਨਰਜੀ ਮਤਲਬ ਸੂਰਜੀ ਊਰਜਾ ਨਾਲ ਚਲਾਈ ਜਾਂਦੀ ਹੈ। ਸੋ ਇਹ ਦੇਖੋ, ਇੱਕ ਦਾ ਜੋ ਤਸਵੀਰਾਂ ਨੇ ਇਹ ਤੁਹਾਡੀ ਕਿਤਾਬ ਵਿੱਚੋਂ ਹੀ ਲਈਆਂ ਗਈਆਂ ਨੇ। ਦੇਖੋ ਜੋ ਘਿਰਨੀ ਪ੍ਰਣਾਲੀ ਕੁਛ ਇਸ ਤਰ੍ਹਾਂ ਦਿਖਦੀ ਹੈ। ਇਹ ਅੱਜ ਕੱਲ੍ਹ ਤੁਹਾਨੂੰ ਕਿਤੇ ਹੀ ਦੇਖਣ ਨੂੰ ਮਿਲੇ। ਇਸ ਦੇ ਨਾਲ ਹੀ ਚੇਨ ਪੰਪ। ਸੋ ਇਹ ਇਸ ਤਰ੍ਹਾਂ ਇਸ ਦੀ ਤਸਵੀਰ ਹੈ। ਦੇਖੋ ਇਹ ਚੇਨ ਲੱਗੀ ਹੈ ਇਸ ਦੇ ਉੱਪਰ ਤੇ ਇਹ ਘੁੰਮਦੀ ਹੈ ਤੇ ਪਾਣੀ ਨੂੰ ਬਾਹਰ ਕੱਢਦੀ ਹੈ ਤੇ ਖੇਤਾਂ ਤੱਕ ਪਹੁੰਚਾਉਂਦੀ ਹੈ ਢੇਕਲੀ ਦੁਆਰਾ। ਸੋ ਇਹ ਜੋ ਜ਼ਿਆਦਾਤਰ ਜੋ ਇਹ ਕਿਸਮਾਂ ਹਨ, ਇਹ ਜਦੋਂ ਪਾਣੀ ਦਾ ਜੋ ਪੱਧਰ ਸੀ, ਜੋ ਜ਼ਮੀਨੀ ਪਾਣੀ ਦਾ ਪੱਧਰ ਸੀ ਕਾਫੀ ਉੱਪਰ ਸੀ, ਉਦੋਂ ਇਸਤੇਮਾਲ ਵਿੱਚ ਆਉਂਦੀਆਂ ਸਨ। ਪਰੰਤੂ ਹੁਣ ਜੋ ਜ਼ਮੀਨੀ ਪਾਣੀ ਦਾ ਪੱਧਰ ਹੈ ਕਾਫੀ ਨੀਚੇ ਜਾ ਚੁੱਕਾ ਹੈ, ਇਸ ਕਰਕੇ ਇਹ ਕਾਰਗਰ ਨਹੀਂ ਹਨ। ਤੇ ਜੋ ਇਹ ਹੈ ਹਲਟ ਦੁਆਰਾ, ਇਹ ਕਾਫੀ ਮਸ਼ਹੂਰ ਪੱਧਤੀ ਸੀ ਜੋ ਪੰਜਾਬ ਦੇ ਹਿੱਸੇ ਵਿੱਚ ਜਿੱਥੇ ਕਿ ਆਪਾਂ ਰਹਿੰਦੇ ਹਾਂ ਵਰਤੀ ਜਾਂਦੀ ਸੀ, ਪਰੰਤੂ ਹੁਣ ਇਹ ਵੀ ਨਹੀਂ ਵਰਤੀ ਜਾਂਦੀ। ਸੋ ਆਓ ਅੱਗੇ ਵਧਦੇ ਹਾਂ। ਸਿੰਚਾਈ ਦੇ ਆਧੁਨਿਕ ਤਰੀਕੇ, ਮਾਡਰਨ ਟੈਕਨੀਕਸ ਆਫ ਇਰੀਗੇਸ਼ਨ। ਇਹ ਉਹ ਤਰੀਕੇ ਨੇ, ਇਹ ਉਹ ਟੈਕਨੀਕਸ ਨੇ ਜੋ ਅੱਜ ਕੱਲ੍ਹ ਵਰਤੀਆਂ ਜਾਂਦੀਆਂ ਨੇ। ਮਾਡਰਨ ਮਤਲਬ ਹਾਲ ਦੇ, ਅੱਜ ਕੱਲ੍ਹ ਦੇ। ਸਿੰਚਾਈ ਦੇ ਆਧੁਨਿਕ ਢੰਗ ਸਾਨੂੰ ਪਾਣੀ ਦੀ ਸੰਜਮਤਾ ਨਾਲ ਵਰਤੋਂ ਕਰਨ ਵਿੱਚ ਸਹਾਇਤਾ ਕਰਦੇ ਹਨ। ਜੋ ਪਾਣੀ ਹੈ ਬਹੁਤ ਹੀ ਬਹੁਮੁੱਲ ਹੈ ਤੇ ਇਸ ਨੂੰ ਬਚਾ ਕੇ ਖਰਚ ਕਰਨਾ ਚਾਹੀਦਾ ਹੈ। ਇਸ ਦੀ ਸੰਜਮਤਾ ਨਾਲ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਕਰਕੇ ਜੋ ਮਾਡਰਨ ਟੈਕਨੀਕਸ ਨੇ, ਜੋ ਮਾਡਰਨ ਤਰੀਕੇ ਨੇ, ਉਹ ਇਸ ਗੱਲ ਨੂੰ ਗੌਰ ਵਿੱਚ ਰੱਖਦੇ ਹੋਏ ਪਾਣੀ ਨੂੰ ਬਹੁਤ ਹੀ ਧਿਆਨ ਨਾਲ ਵਰਤਣ ਵਿੱਚ ਕਿਸਾਨ ਦੀ ਸਹਾਇਤਾ ਕਰਦੇ ਹਨ। ਵਰਤੋਂ ਵਿੱਚ ਆਉਣ ਵਾਲੇ ਮੁੱਖ ਆਧੁਨਿਕ ਢੰਗ ਲਿਖੇ ਹਨ। ਨੰਬਰ 1,
फुहारा प्रणाली, स्प्रिंकलर सिस्टम। फुहारा, इस तो ही काफी कुछ पता लगता है कि ये किस तरह का होएगा। ये फुहारे की तरह खेतों को पानी दिंदा है। आओ इहदे बारे पढ़ते हैं। फुहारा प्रणाली की हुंदी है? ये प्रणाली अणपद्धरी, असमतल, जो जमीन इकसार ना होवे, उच्ची नीवी होवे, ठीक है, ते उसनूं असमतल या अणपद्धरी जमीन कहांगे, ਲਈ बहुत लाभदायक है, जिथे पानी इकसार मात्रा विच नहीं पहुंच सकता। लंबात्मक रूप, लंबात्मक मतलब जो 90 डिग्री का कोण, बिल्कुल सीधे खड़े रूप विच खड़ियां पाइपां, आ देखो तुसीं इस च देख सकते हो, आ बिल्कुल 90 डिग्री का कोण बनता है, ठीक है, बिल्कुल ये लंबात्मक रूप विच खड़ियां ने पाइपां, जिन्हां दे सिरे ते घुम्मण वालियां नोजलां हुंदियां हन। ये जो नोजलां ने छोटियां छोटियां, तुहानूं अगे तस्वीरां च दिखावांगे, ये घुमदियां रहिंदियां हन। घुम्मण वालियां नोजलां फिट कीतियां हुंदियां हन, नूं एक मुख पाइप, जो कि आ देखो मुख पाइप है ये लंबी, नाल कुछ दूरी तो जोड़िया जाता है। जदों मुख पाइप विचों दी पंप द्वारा उच्च दबाव ते पानी, जो आ देखो पंप है, मोटर लगी है, छड्डिया जाता है, तां इह घुम रहीआं नोजलां विचों बाहर आउंदा है। यह पानी फसलों उपर इस तरह छिड़किया जाता है जिवें वरखा हो रही होवे। रेतली मिट्टी लई यह प्रणाली बहुत लाभदायक है। सो रेतली मिट्टी वास्ते जिथे कि पानी घट हुंदा है, उत्थे वास्ते यह बहुत ही लाभदायक प्रणाली है। सो ये देखो कुछ तस्वीरां स्प्रिंकलर्स दियां, फुहारा प्रणाली द्वारा जो इरीगेशन की जाती है, सिंचाई की जाती है। एक डायग्राम है, ये देखो मोटर लगी है, एक खूह है जिथों पानी लिया जा रहा है, ये टैंकी है जिथे इसनूं जमा करके उस पर प्रैशर बनाया जा रहा है। सो ये प्रैशर नाल जदों इस पाइप विचों ये भेजिया जाता है, तो स्प्रिंकलर्स राही, जो स्प्रिंकलर ने ये प्रैशर नाल दूर दूर तक फुहारे वांग सुटिया जाता पौधों उपर। सो ये जो पानी की वरतों बहुत घट होंदी है, पर जो इसका लाभ है, जो फसलों को लाभ है, वो बहुत ही ज़्यादा मिलता है। सो इसी तरह ये दूजी एक तस्वीर है, चारों तस्वीरें तुहानूं जो स्प्रिंकलर सिस्टम है, जो फुहारा प्रणाली है, उन्होंने समझण विच काफ़ी मददगार होणगे। तो इस बारे तुसीं होर भी तस्वीरां ते होर भी मालूमात जो है वो इंटरनेट तो देख सकते हो। तो मैं तुहानूं बार बार इंटरनेट की गल तां करदा क्योंकि अजकल काफ़ी चीज़ां, काफ़ी इन्फॉर्मेशन, काफ़ी नॉलेज, काफ़ी ज्ञान इंटरनेट पर बहुत ही आसानी नाल उपलब्ध है। तो कोई भी चीज़ तुहानूं समझ नहीं आती, चाहे तस्वीरां भी इंटरनेट तो ही लिखियां गई ने, जे कोई जिवें कि ये तस्वीर ज़्यादा साफ नहीं है तो तुसीं इंटरनेट पर जाके इसमें दोबारा देख सकते हो। सो अगली प्रणाली है जो कि काफ़ी प्रचलित है, काफ़ी मशहूर है, वो तुपका प्रणाली। ये होर भी संजमता नाल वरतदी है। जो कि स्प्रिंकलर है वो काफ़ी पानी बचाते हैं, पर जो ये प्रणाली है तो बिल्कुल ही पानी का एक तुपका भी खराब या वेस्ट नहीं होने देती। सो ये बारे पढ़ते हैं। इस प्रणाली विच पानी का तुपका तुपका करके जड़ां दे नेड़े वाली जगह ते छड्डिया जाता है, इसलिए इसनूं तुपका प्रणाली आखदे हन। इसनूं तुपका प्रणाली क्यों आखदे हन? क्योंकि इस प्रणाली विच पानी का तुपका तुपका करके जड़ां दे नेड़े वाली जगह ते छड्डिया जाता है। फलदार दरख्तां, बागां अते आम दरख्तां नूं पानी देण दा यह एक बहुत वधिया तरीका है, ठीक है। इस प्रणाली द्वारा दरख्तां नूं पानी तुपका तुपका करके प्राप्त होता है। इस प्रणाली विच पानी का एक भी तुपका अजाई, वेस्ट, जाया नहीं हुंदा। पानी की कमी वाले खेतरां लई यह प्रणाली एक वरदान है। जिथे पानी बहुत घट है, क्योंकि जिथे पानी घट है उत्थे बहुत ही ध्यान नाल वरतण की लोड़ हुंदी है, उत्थे ये बहुत ही ज़्यादा कारगर है, बहुत ही ज़्यादा लाभदायक है। ये देखो तस्वीर विच एक खूह है, मोटर है, ये पाइप राही बिल्कुल पौधों दी जड़ां विच पाइपां विछियां हुई ने, आ देखो, तो ये रिसदियां रहिंदियां पाइपां, इत्थे थोड़े थोड़े सुराख हुंदे हैं, तो बिल्कुल तुपका तुपका करके इन्हां दी जड़ां विच, तां जो बाकी जमीन है उसनूं, जिथे कि जिस जमीन ते पौधा नहीं उग रहा, उसनूं सिंचाई ना की जाए, उस ते पानी की वरतों ना की जाए, क्योंकि उत्थे पानी वरतों नाल पानी खराब हुंदा है, पानी वेस्ट हुंदा है। इस करके सिर्फ ते सिर्फ पौधे दी जड़ां नूं ही पानी दे के पौधे नूं सेहतमंद रखण दी कोशिश की जाती है, इस राही ते पानी बचाया जाता है। इस संबंधित कुछ तस्वीरां तुसीं बिल्कुल देख सकते हो। बिल्कुल पौधे की जड़ दे नाल पाइप जा रही है। ये वड्डी पाइप है, मेन पाइप, ये छोटी पाइप है, इस विचों तुपका तुपका पानी का रिसदा रहिंदा है ते जड़ां कोल पहुंचता रहिंदा है। इस पानी नूं जड़ां सोख लैंदियां ते जो बाकी जमीन है वो सुक्की दी सुक्की रहिंदी है। इस विच पानी नहीं छिड़किया जाता, पानी नहीं दिता जाता, तो इस तरह बहुत ही पानी जो कि इस जमीन ने सोख लेना सी अते पौधे नूं नहीं मिलना सी, जो कि ये सारी जमीन जो खाली है इसने सोख लेना सी अते पौधे नूं कदी भी नहीं मिलना सी, वो बच जाता है।
ਤੇ ਸਿਰਫ ਉਨਾ ਹੀ ਪਾਣੀ ਦਿੱਤਾ ਜਾਂਦਾ ਹੈ ਜੋ ਕਿ ਜਿੰਨੀ ਕਿ ਪੌਦੇ ਨੂੰ ਜ਼ਰੂਰਤ ਹੁੰਦੀ ਹੈ। ਸੋ ਇਹ ਬਹੁਤ ਹੀ ਕਾਰਗਰ ਪ੍ਰਣਾਲੀ ਹੈ, ਬਹੁਤ ਹੀ ਸਾਇੰਟਿਫਿਕ ਤਰੀਕਾ ਹੈ, ਆਧੁਨਿਕ ਤੇ ਸਾਇੰਟਿਫਿਕ ਵਿਗਿਆਨਕ ਤਰੀਕਾ ਹੈ। आओ बच्चों अगे बढ़ते हैं। सो जो पहेली है वो खेत जो खेत के कोलों लंघदी है तो देखती है कुछ होर पौधे भी खेत दे विच उग रहे हैं जो कि फसल तो अलग हैं। हुण वो सवाल करती है कि ये होर पौधे भी कणक की फसल नाल किसी खास उद्देश्य लई उगाए गए हैं। सो ये जो सवाल है ये जो तुसी किसी खेत चों लंघोगे या देखोगे तुहाडे मन च भी आ सकता है, क्योंकि तुसी देखोगे कि कुछ पौधे जो कि बिल्कुल अलग तरीके नाल विकास कर रहे हैं, उग रहे हैं। सो वो फसल तो बिल्कुल भिन्न होंदे हैं ते वो देख के सवाल आना सुभाविक ही है बच्चे के मन में। तो आओ वो देखते हैं वो पौधे की ने ते उन्हां दा की फायदा की नुकसान है ते वो खेत विच की कर रहे हैं। बूझो अते पहेली नेड़े दे एक कणक दे खेत विच गए अते उन्हां ने वेख्या कि खेत विच कणक दी फसल दे नाल नाल होर पौधे भी उग रहे हैं। ये तुसीं देखोगे फसल है, ये सारे पौधे इक्को तरह के, परंतु ये उसके विचकार एक अलग तरह का पौधा खड़ा है, उगया होया है। सो ये बारे अज आप पढ़ रहे हैं, इसनूं नदीन कहांगे, नदीनां तो सुरक्षा जो कि इसदा टाइटल है। खेत विच फसलों के नाल नाल कई बारी फालतू पौधे भी उग जाते हैं। इन्हां फालतू पौधों नूं नदीन कहा जाता है। इन्हां नूं की कहा जाता है? नदीन। इन्हां नदीनां नूं खेत विचों बाहर कड्ढण दी प्रक्रिया नूं गोडी कहंदे हन। सो ये सवाल फिर तुहानूं गोडी किसनूं कहंदे हन? नदीनां नूं खेत विचों बाहर कड्ढण दी प्रक्रिया नूं गोडी कहंदे हन। नदीनां नूं खेत विचों बाहर कड्ढना बहुत ही जरूरी है, क्योंकि ये फसल नाल पोषक तत्तां, पानी अते रोशनी की प्राप्ति लई मुकाबला करते हैं। सो ये देखो जो फसल है, फसल जो आप पानी दिंदे आ, इसनूं खाद दिंदे आ, इसनूं होर जो पोषक तत्व प्रदान करते हैं, तो उन्हां विचों कुछ पोषक तत्व, कुछ पानी ये नदीन भी इस्तेमाल कर लेंगे। सो इस तरह हुंदा की है, जो फसलों नूं जो पोषक तत्व ते पानी घट मिलता है तो उन्हां दे विकास विच, उन्हां दी सेहत विच माड़ा असर पैंदा है। सो इस करके ये बिल्कुल फायदेमंद नहीं ने नदीन खेत विच होने। इस नाल फसली पौधों के वाधे ते उपर माड़ा असर पैंदा है अते फसल का झाड़ घट सकता है, घट जाता है। कुछ नदीन फसल की वाढी वेले रुकावट बनते हैं। सो क्योंकि कुछ नदीन मनुख अते जंतुओं लई बहुत जहरीले हुंदे हन। सो ये जो फसल है, फसल तो इंसान ने, किसान ने खुद उगाई है। सो इसनूं पता है इस पौधे का की सुभाव है कि ये जहरीला तो नहीं है, ये मनुख वास्ते चंगा है, जंतुओं वास्ते चंगा है, परंतु नदीन जो हैं वो किसान ने उगाए नहीं हैं, वो खुद ब खुद अपने आप ही खेत में उग गए हैं। सो कई बार नदीन जो हैं वो जहरीले होंदे हैं अते वाढी वेले जो किसान ते उसके जंतु हैं जो कि वाढी विच उसकी मदद करते हैं, उन्हां नूं नुकसान पहुँचा सकते हैं। ये कारण भी है कि नदीनां नूं खेत विचों हटा देना बहुत जरूरी होता है। सो आओ नदीनां तो सुरक्षा, नदीनां बारे ही कुछ होर पढ़ते हैं। किसानां वल्लों नदीनां नूं हटाउण लई अते उन्हां दा वाधा रोकण लई ਵੱਖ-ਵੱਖ ढंग वरते जाते हैं। बीज बीजण तो पहलां हल वाहण नाल नदीन जड़ों पुट्टे जाते हैं। सो जो हल वाहुंदे आ उदों भी काफ़ी नदीन जो हैं वो जड़ों पुट्टे जाते हैं। टुटे हुए पौधे सुक के भूमि विच गल जाते हैं। जो टुटे हुए पुट्टे हुए पौधे हैं वो डिके हो जाते हैं, गल जाते हैं, मिट्टी विच, भूमि विच गल जाते हैं। नदीनां नूं फुੱਲ पैण जां बीज बनन तो पहला खेत विचों हटा देना चाहिए है। ये क्यों? जे नदीनां दे फुੱਲ पै गए या उन्हां दे बीज बन गए तो उन्हां बीजां तो होर नदीन दे पौधे खेत विच उग जाणगे। सो बड़ी ही जल्दी, बहुत ही ध्यान नाल, जिवें ही नदीन खेत विच देखा जाता है उसनूं उत्थों हटा देना चाहिए है। नहीं तो जे उन्होंने फुੱਲ पै गया या उहदा बीज बन गया तो उस बीज नाल होर भी पौधे उस खेत विच उग जाणगे। सो ये बहुत ही जरूरी है कि टाइम रहिंदे बिल्कुल समय सिर फुੱਲ पैण तो पहला, बीज बनन तो पहला नदीन नूं उहदे विचों हटा दिता जाए ताकि अगे जाके जो दिक्कत है नदीनां दी वो वधे ना। नदीनां नूं हत्थ नाल हटाउण दी विधि विच जां तां नदीनां नूं हत्थ नाल जड़ों पुੱਟ दिता जाता है जां समय समय ते नदीनां नूं बिल्कुल जड़ कोलों कट दिता जाता है। दो तरीके हैं। जो छोटा पौधा छोटा उसनूं जड़ों पट दिता जाता है। कई बार पौधा ऐसा हुंदा है जो पट्टिया नहीं जा सकता, सो उसनूं जड़ों कट दिता जाता है। इस काम लई खुरपी दी वरतों कीती जाती है। सीड ड्रिल जो कि वैसे तो सीड जो कि बीज बीजण वास्ते वरती जाती है, परंतु
ਉਸ ਦੀ ਵਰਤੋਂ ਵੀ ਕਈ ਵਾਰ ਖੇਤ ਵਿੱਚੋਂ ਨਦੀਨ ਹਟਾਉਣ ਲਈ ਕੀਤੀ ਜਾਂਦੀ ਹੈ। ਸੋ ਇਹ ਵੀ ਹੈ ਕਿ ਜਦੋਂ ਇਹ ਵੱਖ-ਵੱਖ ਔਜ਼ਾਰ ਨੇ ਜੋ ਨਦੀਨਾਂ ਨੂੰ ਖੇਤ ਵਿੱਚੋਂ ਹਟਾਉਣ ਵਿੱਚ ਵਰਤੇ ਜਾਂਦੇ ਆ। ਤਸਵੀਰਾਂ ਦੇਖੋ, ਇਹ ਤੁਹਾਡੀ ਜੋ ਲੌਨ ਹੈ ਅਗਲੇ ਦਾ, ਜੋ ਘਾਹ ਉਗਾਈ ਹੈ ਉਸਨੇ, ਪਰੰਤੂ ਉਸ ਵਿੱਚ ਇੱਕ ਨਦੀਨ ਜੋ ਘਾਹ ਹੈ ਇਹ ਉਸ ਵਾਸਤੇ ਫਸਲ ਹੈ, ਪਰੰਤੂ ਜੋ ਇਹ ਨਦੀਨ ਹੈ ਇਹ ਅਨਵਾਂਟਿਡ ਹੈ, ਅਣਚਾਹਿਆ ਪੌਦਾ ਹੈ। ਸੋ ਇਸ ਨੂੰ ਖੁਰਪੀ ਨਾਲ ਹਟਾ ਦਿੱਤਾ ਜਾ ਰਿਹਾ ਹੈ। ਤੇ ਦੂਸਰੀ ਤਸਵੀਰ ਵੀ ਦੇਖੋ, ਸੇਮ ਹੀ ਹੈ। ਇਸ 'ਚ ਖੁਰਪੀ ਦੀ ਜੋ ਸ਼ੇਪ ਹੈ ਉਹ ਕੁਛ ਅਲੱਗ ਹੈ, ਪਰੰਤੂ ਇਹ ਹੈ ਇਹ ਖੁਰਪੀ ਹੀ ਹੈ। ਸੋ ਇਹ ਵੀ ਹੱਥ ਨਾਲ ਪੁੱਟ ਕੇ ਜੋ ਪੌਦੇ ਨੂੰ ਖੇਤ ਵਿੱਚੋਂ ਹਟਾਉਣ ਦੀ ਪ੍ਰਕਿਰਿਆ ਨੂੰ ਦਿਖਾਇਆ ਜਾ ਰਿਹਾ ਹੈ। ਸੋ ਨਦੀਨਾਂ ਤੋਂ ਸੁਰੱਖਿਆ ਹੀ ਹਜੇ ਜੋ ਭਾਗ ਹੈ ਚੱਲ ਰਿਹਾ ਹੈ। ਨਦੀਨਾਂ ਦੀ ਰੋਕਥਾਮ ਲਈ ਕੁਝ ਰਸਾਇਣਿਕ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੋ ਇਹ ਮਾਡਰਨ ਟੈਕਨੀਕ ਹੈ, ਇਹ ਨਵਾਂ ਤਰੀਕਾ ਹੈ ਕਿ ਨਦੀਨਾਂ ਨੂੰ ਹਟਾਉਣ ਵਿੱਚ ਕੁਝ ਕੈਮੀਕਲਸ ਦਾ, ਕੁਝ ਰਸਾਇਣਿਕ ਪਦਾਰਥਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਨਦੀਨ ਨਾਸ਼ਕ ਆਖਦੇ ਹਨ, ਜਿਵੇਂ 2,4-D ਅਤੇ ਬੂਟਾਕਲੋਰ। ਇਹ ਸਭ ਨਦੀਨਾਂ ਦੇ ਨਾਮ ਨੇ। ਆਦਿ ਨਦੀਨਾਂ ਨੂੰ ਨਸ਼ਟ ਕਰਨ ਲਈ ਨਦੀਨ ਨਾਸ਼ਕ ਕਿਹਾ ਜਾਂਦਾ ਹੈ। ਜੋ ਇਹ ਕੈਮੀਕਲਸ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਨਦੀਨ ਨਾਸ਼ਕ। ਸੋ ਇਹ ਵੀ ਜੋ ਸਵਾਲ ਬਣਦਾ ਹੈ, ਨਦੀਨ ਨਾਸ਼ਕ ਕਿਸ ਨੂੰ ਆਖਦੇ ਹਨ? ਜੋ ਰਸਾਇਣਿਕ ਪਦਾਰਥ ਨਦੀਨਾਂ ਦੀ ਰੋਕਥਾਮ ਲਈ ਵਰਤੋਂ ਵਿੱਚ ਲਿਆਏ ਜਾਂਦੇ ਹਨ ਜਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਨਦੀਨ ਨਾਸ਼ਕ ਕਿਹਾ ਜਾਂਦਾ ਹੈ। ਸੋ ਇਹ ਵਰਤੋਂ ਇਹਨਾਂ ਦੀ ਕਿਵੇਂ ਕੀਤੀ ਜਾਂਦੀ ਹੈ? ਇਹਨਾਂ ਨਦੀਨ ਨਾਸ਼ਕਾਂ ਦਾ ਖੇਤ ਵਿੱਚ ਖੜੀ ਫਸਲ ਉੱਪਰ ਛਿੜਕਾਓ ਕੀਤਾ ਜਾਂਦਾ ਹੈ। ਇਹ ਨਦੀਨ ਨਾਸ਼ਕ ਫਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ। ਨਦੀਨ ਨਾਸ਼ਕਾਂ ਦਾ ਪਾਣੀ ਵਿੱਚ ਪਤਲਾ ਘੋਲ ਤਿਆਰ ਕੀਤਾ ਜਾਂਦਾ ਹੈ, ਜਿੰਨਾ ਕਿ ਫਸਲ ਲਈ ਲੋੜੀਂਦਾ ਹੋਵੇ, ਜਿੰਨੀ ਕੁ ਲੋੜ ਹੋਵੇ। ਫਿਰ ਇਸ ਘੋਲ ਨੂੰ ਪੰਪ ਦੁਆਰਾ ਫਸਲ ਉੱਪਰ ਛਿੜਕਿਆ ਜਾਂਦਾ ਹੈ। ਸੋ ਇਹ ਦੇਖੋ, ਜੋ ਕਿਸਾਨ ਹੈ ਇਹ ਫਸਲ ਹੈ। ਸੋ ਇਹ ਘੋਲ ਜੋ ਇਸਨੇ ਟੈਂਕੀ ਵਿੱਚ ਪਾਇਆ ਹੋਇਆ ਹੈ, ਪ੍ਰੈਸ਼ਰ ਪੰਪ ਨਾਲ ਇਹ ਸਪਰੇਅ ਕਰ ਰਿਹਾ, ਇਹਦੇ ਉੱਪਰ ਛਿੜਕ ਰਿਹਾ। ਠੀਕ ਹੈ। ਕੀ ਇਹ ਨਦੀਨ ਨਾਸ਼ਕ ਛਿੜਕਾਓ ਕਰਨ ਵਾਲੇ ਵਿਅਕਤੀ ਉੱਪਰ ਵੀ ਕੋਈ ਅਸਰ ਪਾਉਂਦੇ ਹਨ? ਸੋ ਇਹ ਦੇਖ ਕੇ, ਕਿਉਂਕਿ ਇਸਨੇ ਮੂੰਹ ਢਕਿਆ ਹੋਇਆ ਹੈ, ਸੋ ਜੋ ਬੂਝੋ ਹੈ ਉਸ ਦੇ ਮਨ 'ਚ ਸਵਾਲ ਆਇਆ ਕਿ ਇਸਨੇ ਮੂੰਹ ਸ਼ਾਇਦ ਤਾਂ ਢਕਿਆ ਹੋਇਆ ਹੈ ਕਿ ਇਹ ਕਿਤੇ ਇਸ ਨੂੰ ਨੁਕਸਾਨ ਤਾਂ ਨਹੀਂ ਪਹੁੰਚਾਉਂਦਾ। ਸੋ ਇਹਦਾ ਵੀ ਜਵਾਬ ਲੱਭਦੇ ਹਾਂ। ਇਸ ਦਾ ਜਵਾਬ ਤੁਹਾਨੂੰ ਅੱਗੇ ਜਾ ਕੇ ਇਸੀ ਲੈਸਨ ਵਿੱਚ ਮਿਲੇਗਾ ਕਿ ਇਸ ਦਾ ਕੋਈ ਕਿਸਾਨਾਂ ਉੱਪਰ ਨੁਕਸਾਨ ਹੈ ਕਿ ਨਹੀਂ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਨਦੀਨਾਂ ਦੇ ਵਾਧੇ ਸਮੇਂ ਜਾਂ ਫੁੱਲ ਅਤੇ ਬੀਜ ਬੀਜਣ ਤੋਂ ਪਹਿਲਾਂ ਨਦੀਨ ਨਾਸ਼ਕਾਂ ਦਾ ਛਿੜਕਾਓ ਕੀਤਾ ਜਾਂਦਾ ਹੈ। ਸੋ ਆਪਾਂ ਨਦੀਨਾਂ ਨੂੰ ਖਤਮ ਕਦੋਂ ਕਰਨਾ? ਉਹਨਾਂ ਦੇ ਫੁੱਲ ਪੈਣ ਜਾਂ ਬੀਜ ਬਣਨ ਤੋਂ ਪਹਿਲਾਂ। ਸੋ ਇਹ ਜੋ ਛਿੜਕਾਓ ਹੈ ਉਹ ਵੀ ਉਸੇ ਦੌਰਾਨ, ਉਸੇ ਸਮੇਂ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਨਦੀਨ ਨਾਸ਼ਕਾਂ ਦਾ ਛਿੜਕਾਓ ਕਿਸਾਨਾਂ ਦੀ ਸਿਹਤ ਲਈ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਸੋ ਜੋ ਨਦੀਨ ਨਾਸ਼ਕ, ਜੋ ਬੂਝੋ ਦਾ ਮਨ 'ਚ ਜੋ ਡਰ ਸੀ ਉਹ ਬਿਲਕੁਲ ਸੱਚ ਹੈ। ਇਸ ਦਾ ਜੋ ਕਿਸਾਨਾਂ ਤੇ ਜੋ ਪ੍ਰਭਾਵ ਹੈ ਉਹ ਬਿਲਕੁਲ ਨੁਕਸਾਨਦਾਇਕ ਹੈ। ਇਸ ਲਈ ਕਿਸਾਨਾਂ ਨੂੰ ਇਹਨਾਂ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕਾਂ ਦਾ ਛਿੜਕਾਓ ਕਰਨ ਸਮੇਂ ਕਿਸਾਨ ਨੂੰ ਆਪਣਾ ਮੂੰਹ ਤੇ ਨੱਕ ਕੱਪੜੇ ਨਾਲ ਢੱਕ ਕੇ ਰੱਖਣੇ ਚਾਹੀਦੇ ਹਨ। ਸੋ ਇਹ ਜੋ ਤੁਹਾਨੂੰ ਡਾਇਗਰਾਮ ਵਿੱਚ ਜੋ ਤਸਵੀਰ ਵਿੱਚ ਦਿਖ ਰਿਹਾ ਹੈ, ਇਹ ਬਿਲਕੁਲ ਕਿਸਾਨ ਨੇ ਆਪਣਾ ਮੂੰਹ ਤੇ ਨੱਕ ਢਕਿਆ ਹੋਇਆ ਤਾਂ ਕਿ ਨਦੀਨ ਨਾਸ਼ਕ ਉਹਦੇ ਸਾਹ ਰਾਹੀਂ ਉਹਦੇ ਸਰੀਰ ਵਿੱਚ, ਉਹਦੇ ਫੇਫੜਿਆਂ ਵਿੱਚ ਨਾ ਜਾ ਸਕੇ ਅਤੇ ਜੋ ਉਸਦੇ ਨੁਕਸਾਨ ਜੋ ਹੈ ਉਸ ਨਦੀਨ ਦਾ ਉਸਦੇ ਸਰੀਰ ਨੂੰ ਨਾ ਹੋ ਸਕੇ। ਸੋ ਆਓ ਇਸ ਤੋਂ ਅਗਲੀ ਪ੍ਰਕਿਰਿਆ ਤੇ ਵਧਦੇ ਹਾਂ। ਉਸ ਤੋਂ ਅਗਲੀ ਕਿਰਿਆ ਜੋ ਕਿ ਬਹੁਤ ਹੀ ਜ਼ਰੂਰੀ ਹੈ। ਵੈਸੇ ਤਾਂ ਜੋ ਕਿਸਾਨੀ ਹੈ ਉਸਦੀ ਹਰ ਕਿਰਿਆ ਬਹੁਤ ਹੀ ਜ਼ਰੂਰੀ ਹੈ, ਅਤੇ ਵਾਢੀ ਜੋ ਅਗਲੀ ਕਿਰਿਆ ਹਾਰਵੈਸਟਿੰਗ, ਇਸ ਨੂੰ ਇੰਗਲਿਸ਼ ਵਿੱਚ ਹਾਰਵੈਸਟਿੰਗ ਆਖਾਂਗੇ। ਫਸਲ ਦੀ ਵਾਢੀ ਇੱਕ ਮਹੱਤਵਪੂਰਨ ਕੰਮ ਹੈ। ਫਸਲ ਦੀ ਵਾਢੀ ਵੀ ਇੱਕ ਮਹੱਤਵਪੂਰਨ ਕੰਮ ਹੈ। ਫਸਲ ਪੱਕਣ ਤੋਂ ਬਾਅਦ ਉਸ ਨੂੰ ਕੱਟਣਾ ਵਾਢੀ ਅਖਵਾਉਂਦਾ ਹੈ। ਸੋ ਵਾਢੀ ਕਿਸ ਨੂੰ ਆਖਦੇ ਹਨ? ਫਸਲ ਪੱਕਣ ਤੋਂ ਬਾਅਦ ਉਸ ਨੂੰ ਕੱਟਣਾ ਵਾਢੀ ਅਖਵਾਉਂਦਾ ਹੈ। ਵਾਢੀ ਸਮੇਂ ਜਾਂ ਤਾਂ ਫਸਲ ਨੂੰ ਪੁੱਟਿਆ ਜਾਂਦਾ ਹੈ ਜਾਂ ਜ਼ਮੀਨ ਦੇ ਨੇੜੇ ਤੋਂ ਕੱਟ ਦਿੱਤਾ ਜਾਂਦਾ ਹੈ। ਇੱਕ ਅਨਾਜ ਦੀ ਫਸਲ ਨੂੰ ਪੱਕਣ ਲਈ 3 ਜਾਂ 4 ਮਹੀਨੇ ਦਾ ਸਮਾਂ ਲੱਗਦਾ ਹੈ। ਸੋ ਇਹ ਵੀ ਸਵਾਲ ਬਣਦਾ ਹੈ ਕਿ ਅਨਾਜ ਦੀ ਫਸਲ ਪੱਕਣ ਨੂੰ ਕਿੰਨਾ ਸਮਾਂ ਲੱਗਦਾ ਹੈ? 3 ਤੋਂ 4 ਮਹੀਨੇ। ਸਾਡੇ ਦੇਸ਼ ਵਿੱਚ ਵਾਢੀ ਜਾਂ ਤਾਂ ਦਾਤੀ ਨਾਲ, ਇਹ ਦੇਖੋ ਦਾਤੀ ਦੀ ਤਸਵੀਰ ਹੈ, ਕੀਤੀ ਜਾਂਦੀ ਹੈ, ਜਾਂ ਫਿਰ ਵਾਢੀ ਕਰਨ ਵਾਲੀ ਮਸ਼ੀਨ ਦਾ ਉਪਯੋਗ ਕੀਤਾ ਜਾਂਦਾ ਹੈ ਜਿਸ ਨੂੰ ਰੀਪਰ ਆਖਦੇ ਹਨ। ਰੀਪਰ ਕੁਝ ਇਸ ਤਰ੍ਹਾਂ ਦਾ ਦਿਖਦਾ ਹੈ। ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕੀਤਾ ਜਾਂਦਾ ਹੈ। ਇਸ ਨੂੰ ਗਹਾਈ, ਥ੍ਰੈਸ਼ਿੰਗ, ਗਹਾਈ ਨੂੰ ਇੰਗਲਿਸ਼ ਵਿੱਚ ਬੋਲਾਂਗੇ ਥ੍ਰੈਸ਼ਿੰਗ
ਕਹਿੰਦੇ ਹਨ। ਇਸ ਕੰਮ ਨੂੰ ਕੰਬਾਈਨ ਹਾਰਵੈਸਟਰ ਦੁਆਰਾ ਵੀ ਕੀਤਾ ਜਾਂਦਾ ਹੈ, ਜੋ ਅਸਲ ਵਿੱਚ ਰੀਪਰ ਅਤੇ ਥ੍ਰੈਸ਼ਿੰਗ ਦਾ ਸੰਯੁਕਤ ਮੈਨੇ ਹੁੰਦਾ, ਸੁਮੇਲ, ਮਿਲਿਆ ਹੋਇਆ, ਜੁੜਿਆ ਹੋਇਆ ਕੰਬਾਈਨਡ ਮੁੱਖ ਹੈ। ਜੋ ਹਾਰਵੈਸਟਰ ਹੈ, ਕੰਬਾਈਨਡ ਹਾਰਵੈਸਟਰ ਹੈ, ਜਿਵੇਂ ਕਿ ਇਹਦਾ ਨਾਮ ਹੀ ਦੱਸਦਾ ਹੈ, ਇਹ ਹਾਰਵੈਸਟਿੰਗ ਦੀ ਸਾਰੀ ਕਿਰਿਆ ਨੂੰ, ਦੋਨੋਂ ਕਿਰਿਆਵਾਂ ਨੂੰ, ਵਾਢੀ ਅਤੇ ਥ੍ਰੈਸ਼ਿੰਗ ਦੋਨਾਂ ਨੂੰ ਇੱਕੋ ਸਮੇਂ ਵਿੱਚ ਇੱਕੋ ਮਸ਼ੀਨ ਪ੍ਰਯੋਗ ਕਰ ਦਿੰਦੀ ਹੈ। ਉਸ ਮਸ਼ੀਨ ਨੂੰ ਕੰਬਾਈਨ ਹਾਰਵੈਸਟਰ ਕਿਹਾ ਜਾਂਦਾ ਹੈ, ਜੋ ਅਸਲ ਵਿੱਚ ਰੀਪਰ ਅਤੇ ਥ੍ਰੈਸ਼ਰ ਦਾ ਸੰਯੁਕਤ ਰੂਪ ਹੀ ਹੈ, ਮੁੱਖ ਹੈ। ਵਾਢੀ ਤੋਂ ਬਾਅਦ ਖੇਤ ਵਿੱਚ ਫਸਲ ਦੇ ਨਾੜ ਬਚ ਜਾਂਦੇ ਹਨ, ਜੋ ਅਕਸਰ ਹੀ ਕਿਸਾਨਾਂ ਦੁਆਰਾ ਸਾੜ ਦਿੱਤੇ ਜਾਂਦੇ ਹਨ। ਇਹ ਬਹੁਤ ਹੀ ਗਲਤ ਪ੍ਰੈਕਟਿਸ ਹੈ, ਇਹ ਬਹੁਤ ਹੀ ਗਲਤ ਕਿਰਿਆ ਕਿ ਜੋ ਨਾੜ ਬਚ ਜਾਂਦੇ हैं, ਜੋ ਫਸਲਾਂ ਦੇ ਜੜ੍ਹਾਂ ਬਚ ਜਾਂਦੀਆਂ, ਜੋ ਫਸਲਾਂ ਦੇ ਥੋੜੇ ਥੋੜੇ ਤਣੇ ਬਚ ਜਾਂਦੇ हैं, ਉਸ ਨੂੰ ਕਿਸਾਨ ਵੱਲੋਂ ਸਾੜ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਜੋ ਹੈ ਵਾਢੀ ਦਾ ਅੰਤ ਹੁੰਦਾ ਹੈ, ਜੋ ਨਾੜ ਹੈ ਉਸ ਨੂੰ ਸਾੜ ਦਿੱਤੇ ਜਾਂਦੇ, ਪਰੰਤੂ ਜੋ ਇਹ ਤਰੀਕਾ ਹੈ ਇਹ ਕੁਝ ਖਾਸ ਫਾਇਦੇਮੰਦ ਨਹੀਂ ਹੈ। ਇਹਦੇ ਬਾਰੇ ਆਪਾਂ ਅੱਗੇ ਪੜਾਂਗੇ। ਪਹਿਲੀ ਬੜੀ ਚਿੰਤਾ ਵਿੱਚ ਹੈ। ਸੋ ਜਦੋਂ ਨਾੜ ਨੂੰ ਸਾੜਿਆ ਜਾ ਰਿਹਾ ਹੈ ਤਾਂ ਉਹ ਦੇਖ ਕੇ ਪਹਿਲੀ ਜੋ ਹੈ, ਜੋ ਛੋਟਾ ਬੱਚਾ ਹੈ, ਉਹ ਬਹੁਤ ਹੀ ਚਿੰਤਾ ਵਿੱਚ ਹੈ। ਉਹ ਜਾਣਦੀ ਹੈ ਕਿ ਇਸ ਤਰ੍ਹਾਂ ਕਰਨ ਨਾਲ ਪ੍ਰਦੂਸ਼ਣ ਫੈਲਦਾ ਹੈ। ਇੱਕ ਛੋਟੇ ਜਿਹੇ ਬੱਚੇ ਨੂੰ ਹੀ ਪਤਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪ੍ਰਦੂਸ਼ਣ ਬਹੁਤ ਫੈਲਦਾ ਹੈ। ਇਸ ਤਰ੍ਹਾਂ ਆਲੇ ਦੁਆਲੇ ਖੜੀ ਫਸਲ ਜਾਂ ਇਕੱਠੀ ਕੀਤੀ ਫਸਲ ਨੂੰ ਵੀ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ। ਸੋ ਇਸ ਤਰ੍ਹਾਂ ਤੁਸੀਂ ਆ ਤਸਵੀਰ ਦੇਖ ਸਕਦੇ ਹੋ, ਦੇਖੋ ਅੱਗ ਕਿੰਨੀ ਭੜਕੀ ਹੋਈ ਹੈ। ਸੋ ਇਹ ਭੜਕੀ ਹੋਈ ਅੱਗ ਨਾਲ ਦੇ ਖੇਤ ਵਿੱਚ ਪਈ ਫਸਲ ਜਾਂ ਨਾਲ ਦੇ ਖੇਤ ਵਿੱਚ ਖੜੀ ਫਸਲ ਵੀ ਜਲ ਸਕਦੀ ਹੈ, ਤੇ ਇਸ ਤੋਂ ਇਲਾਵਾ ਇਸ ਨਾਲ ਪ੍ਰਦੂਸ਼ਣ ਵੀ ਬਹੁਤ ਹੁੰਦਾ ਹੈ। ਸੋ ਕਿਸਾਨਾਂ ਨੂੰ ਸਰਕਾਰਾਂ ਵੱਲੋਂ ਵੀ ਅੱਜ ਕੱਲ੍ਹ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਨਾੜ ਨੂੰ ਨਾ ਸਾੜਿਆ ਜਾਵੇ ਤੇ ਇਸ ਨੂੰ ਕਿਸੇ ਤਰੀਕੇ ਵਰਤੋਂ ਵਿੱਚ ਲਿਆਇਆ ਜਾਵੇ, ਤਾਂ ਕਿ ਜੋ ਨੁਕਸਾਨ ਹੈ, ਜੋ ਫਸਲਾਂ ਦਾ ਨੁਕਸਾਨ ਹੈ, ਨਾਲੇ ਜੋ ਹੀ ਵਾਤਾਵਰਨ ਦਾ ਨੁਕਸਾਨ ਹੈ, ਪ੍ਰਦੂਸ਼ਣ ਜੋ ਹੁੰਦਾ ਹੈ, ਉਸ ਤੋਂ ਬਚਿਆ ਜਾ ਸਕੇ। ਸੋ ਇਹ ਦੇਖੋ ਪ੍ਰਦੂਸ਼ਣ ਦਾ ਜੋ ਇੱਕ ਤਸਵੀਰ ਹੈ ਉਹ ਤੁਹਾਡੇ ਸਾਹਮਣੇ ਰੱਖੀ ਗਈ ਹੈ, ਤਾਂ ਕਿ ਤੁਹਾਨੂੰ ਜੋ ਇਹ ਨਾੜ ਸਾੜਨ ਬਾਰੇ ਕਾਫੀ ਚੀਜ਼ਾਂ ਜੋ ਕਲੀਅਰ ਹੋ ਸਕਣ। ਘੱਟ ਜ਼ਮੀਨ ਵਾਲੇ ਕਿਸਾਨ ਦਾਣਿਆਂ ਨੂੰ ਤੂੜੀ ਨਾਲੋਂ ਵਾਹ ਕਰਨ ਲਈ ਛਟਣ ਵਿਧੀ ਦੀ ਵਰਤੋਂ ਕਰਦੇ ਹਨ। ਇੱਕ ਹੋਰ ਵਿਧੀ ਹੈ ਛਟਣ, ਇਹਨੂੰ ਛਟਣ ਨੂੰ ਇੰਗਲਿਸ਼ ਵਿੱਚ ਕਹਾਂਗੇ ਵਿਨੋਇੰਗ, ਠੀਕ ਹੈ, ਇਸ ਨੂੰ ਕਹਾਂਗੇ ਵਿਨੋਇੰਗ ਦੀ ਵਿਧੀ ਜੋ ਹੈ ਉਹ ਵਰਤੋਂ ਵਿੱਚ ਲਿਆਈ ਜਾਂਦੀ ਹੈ। ਇਸ ਬਾਰੇ ਤੁਸੀਂ ਆਪਣੀ ਪਿਛਲੀ ਜਮਾਤ 6ਵੀਂ ਵਿੱਚ ਪੜ੍ਹ ਚੁੱਕੇ ਹੋ। ਇਹ ਵਿਨੋਇੰਗ ਮਸ਼ੀਨ ਹੈ, ਇਹ ਤੁਹਾਡੀ ਜੋ ਤਸਵੀਰ ਹੈ ਤੁਹਾਡੇ ਕਿਤਾਬ ਵਿੱਚੋਂ ਲਿੱਤੀ ਗਈ ਹੈ। ਸੋ ਇਹ ਤੁਸੀਂ ਉਸ 'ਚ ਦੇਖ ਸਕਦੇ ਹੋ ਕਿ ਇਹ ਵਿਨੋਇੰਗ ਮਸ਼ੀਨ ਹੈ, ਤੇ ਇਸ ਨੂੰ ਘੱਟ ਜ਼ਮੀਨ ਵਾਲੇ ਕਿਸਾਨ ਤੂੜੀ ਨੂੰ ਦਾਣਿਆਂ ਤੋਂ ਵੱਖ ਕਰਨ ਲਈ ਵਰਤੋਂ ਵਿੱਚ ਲਿਆਉਂਦੇ ਹਨ। ਤੇ ਵਾਢੀ ਵੀ ਹੋ ਗਈ, ਫਸਲ ਉਗ ਵੀ ਗਈ, ਕੱਟ ਵੀ ਲਿੱਤੀ ਗਈ, ਵਾਢੀ ਵੀ ਹੋ ਗਈ। ਸੋ ਹੁਣ ਖੁਸ਼ੀ ਦਾ ਮਾਹੌਲ ਹੈ। ਵਾਢੀ ਨਾਲ ਸੰਬੰਧਿਤ ਕੁਝ ਤਿਉਹਾਰ, ਹਾਰਵੈਸਟ ਫੈਸਟੀਵਲਸ, ਹਾਰਵੈਸਟ ਵਾਢੀ ਦਾ ਇੰਗਲਿਸ਼ ਬਣਦੀ ਹੈ ਹਾਰਵੈਸਟ, ਤੇ ਤਿਉਹਾਰ ਫੈਸਟੀਵਲਸ। ਵਾਢੀ ਨਾਲ ਸੰਬੰਧਿਤ ਤਿਉਹਾਰ 3-4 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਵਾਢੀ ਦਾ ਦਿਨ ਆਉਂਦਾ ਹੈ। ਖੇਤਾਂ ਵਿੱਚ ਖੜੀ ਦਾਣਿਆਂ ਨਾਲ ਭਰੀ ਸੋਨੇ ਰੰਗੀ ਫਸਲ ਨੂੰ ਵੇਖ ਕੇ ਕਿਸਾਨ ਦਾ ਦਿਲ ਪ੍ਰਸੰਨਤਾ ਅਤੇ ਖੁਸ਼ਹਾਲੀ ਨਾਲ ਝੂਮ ਉੱਠਦਾ ਹੈ। ਸਖਤ ਮਿਹਨਤ ਤੋਂ ਬਾਅਦ ਜਦੋਂ ਕਿਸਾਨ ਫਸਲ ਨੂੰ ਮੰਡੀ ਵਿੱਚ ਵੇਚ ਕੇ ਘਰ ਮੁੜਦਾ ਹੈ ਤਾਂ ਉਹ ਖੁਸ਼ੀ ਵਿੱਚ ਨੱਚ ਉੱਠਦਾ ਹੈ। ਇਹ ਪਲ ਉਸ ਦੀ ਖੁਸ਼ੀ ਮਨਾਉਣ ਵਾਲੇ ਹੁੰਦੇ ਹਨ। ਇਸ ਲਈ ਪੂਰੇ ਭਾਰਤ ਵਿੱਚ ਵਾਢੀ ਦੇ ਸਮੇਂ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਰਦ, ਔਰਤ, ਬੱਚੇ, ਬੁੱਢੇ ਸਾਰੇ ਰਲ ਕੇ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕਰਦੇ ਹਨ। ਸੋ ਇਹ ਤੁਸੀਂ ਬਿਲਕੁਲ ਸਮਝ ਹੀ ਸਕਦੇ ਹੋ, ਜਦੋਂ ਕੋਈ ਚੀਜ਼ ਨੇਪਰੇ ਚੜ੍ਹਦੀ ਹੈ, ਸਿਰੇ ਚੜ੍ਹਦੀ ਹੈ, ਤਾਂ ਬਹੁਤ ਖੁਸ਼ੀ ਦਾ ਮਾਹੌਲ ਹੁੰਦਾ। ਕਿਸਾਨ ਦੀ ਫਸਲ ਮਿਹਨਤ ਜੋ ਹੈ ਉਹ ਰੰਗ ਲਿਆਈ ਹੈ, ਉਹਦੇ ਖੇਤਾਂ ਵਿੱਚ ਸੋਨੇ ਰੰਗੀ ਜੋ ਫਸਲ ਹੈ ਉਹ ਖੜੀ ਹੈ, ਤੇ ਉਹ ਇਹ ਦੇਖ ਕੇ ਬਹੁਤ ਹੀ ਖੁਸ਼ ਹੈ। ਜਦੋਂ ਮੰਡੀ ਵਿੱਚ ਵੇਚ ਕੇ ਆਉਂਦਾ ਤਾਂ ਉਸ ਨੂੰ ਪੈਸੇ ਵੀ ਮਿਲਦੇ ਹੈ, ਤੇ ਉਸ ਤੇ ਇਸ ਕਰਕੇ ਵੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ। ਵਾਢੀ ਨਾਲ ਸੰਬੰਧਿਤ ਵੱਖ-ਵੱਖ ਤਿਉਹਾਰ ਹਨ, ਜਿਵੇਂ ਪੋਂਗਲ, ਵਿਸਾਖੀ, ਹੋਲੀ, ਨਵੰਨਿਆ, ਬੀਹੂ ਆਦਿ। ਵੱਖ-ਵੱਖ ਪ੍ਰਾਂਤਾਂ ਵਿੱਚ, ਜੋ ਕਿ ਪ੍ਰਾਂਤਾਂ ਦੀ ਡਿਟੇਲ ਦਿੱਤੀ ਗਈ ਹੈ, ਇਹ ਜੋ ਡਿਟੇਲ ਹੈ ਇਸ ਤੁਹਾਡੇ ਵਾਸਤੇ ਅਲੱਗ ਤੋਂ ਲਿਆਂਦੀ ਗਈ ਹੈ, ਤੁਹਾਡਾ ਕਿਤਾਬ ਦਾ ਭਾਗ ਨਹੀਂ ਹੈ, ਇਹ ਤੁਹਾਡੇ ਕਿਤਾਬ ਵਿੱਚ ਨਹੀਂ ਹੈ। ਪੋਂਗਲ ਜੋ ਹੈ ਦੱਖਣ ਭਾਰਤ ਵਿੱਚ ਮਨਾਈ ਜਾਂਦੀ ਹੈ, ਵਿਸਾਖੀ ਪੰਜਾਬ ਹਰਿਆਣਾ ਦੇ ਪ੍ਰਾਂਤਾਂ ਵਿੱਚ, ਹੋਲੀ ਯੂਪੀ ਬਿਹਾਰ ਦੇ ਪ੍ਰਾਂਤਾਂ ਵਿੱਚ, ਬੀਹੂ ਅਸਾਮ ਅਤੇ ਉੱਤਰ ਪੂਰਬ ਵਿੱਚ, ਤੇ ਨਵੰਨਿਆ ਬੰਗਾਲ। ਸੋ ਇਹ ਵੱਖ-ਵੱਖ ਪ੍ਰਾਂਤਾਂ ਵਿੱਚ ਜੋ ਇਹ ਹਾਰਵੈਸਟ ਫੈਸਟੀਵਲ ਹੈ, ਜੋ ਵਾਢੀ ਦਾ ਤਿਉਹਾਰ ਹੈ, ਅਲੱਗ-ਅਲੱਗ ਨਾਮ ਨਾਲ ਤੇ ਅਲੱਗ-ਅਲੱਗ ਤਰੀਕੇ ਨਾਲ ਮਨਾਇਆ ਜਾਂਦਾ ਹੈ। ਪਰੰਤੂ ਇੱਕ ਗੱਲ ਇਹਨਾਂ ਸਾਰਿਆਂ ਵਿੱਚ
ਸਾਂਝੀ ਹੈ, ਕਾਮਨ ਹੈ ਕਿ ਇਹ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸੋ ਇਹ ਖੁਸ਼ੀ ਦਾ ਤਿਉਹਾਰ ਹੈ ਤੇ ਪੂਰੇ ਭਾਰਤ ਦੇ ਦੇਸ਼ ਵਿੱਚ ਮਨਾਇਆ ਜਾਂਦਾ ਹੈ ਤੇ ਅਲੱਗ-ਅਲੱਗ ਨਾਮ ਨਾਲ ਭਾਵੇਂ, ਪਰ ਬੜੇ ਹੀ ਉਤਸ਼ਾਹ ਨਾਲ। ਸੋ ਇਹ ਕੁਝ ਤਸਵੀਰਾਂ ਨੇ ਜੋ ਤੁਹਾਨੂੰ ਕੁਝ ਸਮਝਣ ਵਾਸਤੇ ਮਦਦ ਕਰਨਗੀਆਂ ਕਿ ਇਹ ਕੁਝ ਕਿਸ ਤਰ੍ਹਾਂ ਦਾ ਤਿਉਹਾਰ ਹੈ। ਜੋ ਪੋਂਗਲ ਹੈ, ਇਸ ਵਿੱਚ ਦੇਖੋ ਗੰਨਾ ਰੱਖ ਕੇ ਤੇ ਅਨਾਜ ਰੱਖ ਕੇ ਪੂਜਾ ਕੀਤੀ ਜਾਂਦੀ ਹੈ। ਸੋ ਇਹ ਪੋਂਗਲ ਹੈ, ਦੱਖਣ ਦਾ ਤਿਉਹਾਰ ਹੈ। ਜੋ ਵਿਸਾਖੀ, ਜੋ ਪੰਜਾਬ ਜਿਸ ਖੇਤਰ ਵਿੱਚ ਆਪਾਂ ਰਹਿ ਰਹੇ ਹਾਂ, ਅਸੀਂ ਰਹਿ ਰਹੇ ਹਾਂ, ਉਹ ਉਸ ਏਰੀਆ ਦਾ ਪ੍ਰਮੁੱਖ ਤਿਉਹਾਰ ਹੈ। ਇਸ ਵਿੱਚ ਦੇਖੋ ਇਹ ਜੋ ਟ੍ਰੈਡੀਸ਼ਨਲ, ਜੋ ਰਵਾਇਤੀ ਪਹਿਰਾਵਾ ਪਾ ਕੇ ਮਰਦ ਅਤੇ ਔਰਤਾਂ ਖੁਸ਼ੀ ਮਨਾ ਰਹੇ ਹਨ। ਇਹ ਫਸਲਾਂ ਵੀ ਇਸ ਵਿੱਚ ਦਿਖਾਈਆਂ ਗਈਆਂ ਹਨ ਜੋ ਕਿ ਬਿਲਕੁਲ ਪੱਕੀਆਂ ਸੋਨੇ ਰੰਗੀਆਂ ਫਸਲਾਂ, ਜਿਸ ਬਾਰੇ ਆਪਾਂ ਲੈਸਨ ਵਿੱਚ ਪੜ੍ਹਿਆ ਹੈ। ਸੋ ਹੋਲੀ ਦਾ ਤਿਉਹਾਰ, ਇਸ ਵਿੱਚ ਜੋ ਲੋਕ ਹਨ ਰੰਗਾਂ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਹਨ ਤੇ ਇਹਦੇ ਨਾਲ ਹੀ ਬੀਹੂ। ਇਹ ਬੀਹੂ ਅਸਾਮ ਤੇ ਉੱਤਰ ਪੂਰਬ ਦਾ ਬਹੁਤ ਹੀ ਮਸ਼ਹੂਰ ਤਿਉਹਾਰ ਹੈ ਤੇ ਇਹ ਵੀ ਜਦੋਂ ਕਿਸਾਨ ਖੁਸ਼ ਹੁੰਦਾ ਹੈ ਤਾਂ ਇਸ ਨੂੰ ਨੱਚ ਕੇ ਅਤੇ ਗਾ ਕੇ ਇਸ ਦੀ ਖੁਸ਼ੀ ਜ਼ਾਹਰ ਕਰਦਾ ਹੈ। ਸੋ ਇਸ ਤੋਂ ਬਾਅਦ ਭੰਡਾਰਨ, ਕਿਉਂਕਿ ਦੇਖੋ ਜੋ ਲੈਸਨ ਦਾ ਨਾਮ ਹੀ ਹੈ ਫਸਲ ਉਤਪਾਦਨ ਅਤੇ ਪ੍ਰਬੰਧਨ। ਸੋ ਹੁਣ ਫਸਲ ਉਤਪਾਦਨ ਤਾਂ ਹੋ ਚੁੱਕਿਆ, ਫਸਲ ਕੱਟੀ ਗਈ ਹੈ ਤੇ ਭੰਡਾਰਨ ਜੋ ਹੈ ਉਹ ਮੈਨੇਜਮੈਂਟ ਦਾ ਭਾਗ ਹੈ, ਜੋ ਮੈਨੇਜਮੈਂਟ ਦਾ ਹਿੱਸਾ ਹੈ। ਇਹਨੂੰ ਪ੍ਰਬੰਧਨ, ਇਹਨੂੰ ਰੱਖ ਰਖਾਓ ਕਿਵੇਂ ਕੀਤਾ ਜਾਵੇ, ਜੋ ਫਸਲ ਇੰਨੀ ਉਪਜ ਕਿਸਾਨ ਦੁਆਰਾ ਕੀਤੀ ਗਈ ਹੈ। ਫਸਲ ਉਤਪਾਦਨ ਦਾ ਉਚਿਤ ਭੰਡਾਰਨ ਇੱਕ ਮਹੱਤਵਪੂਰਨ ਕੰਮ ਹੈ ਤੇ ਜੋ ਭੰਡਾਰਨ ਹੈ, ਇਸ ਦੇ ਜੋ ਭੰਡਾਰਨ ਭਾਗ ਹੈ, ਇਸ ਨੂੰ ਆਪਾਂ ਸ਼ੁਰੂ ਪਹਿਲੀ ਨਾਲ ਹੀ ਕਰਦੇ ਹਾਂ। ਪਹਿਲੀ ਕੀ ਕਹਿੰਦੀ ਹੈ? ਪਹਿਲੀ ਇਹ ਕਹਿੰਦੀ ਹੈ, ਮੈਂ ਆਪਣੀ ਮਾਤਾ ਜੀ ਨੂੰ ਧਾਤ ਦੇ ਵੱਡੇ ਸਾਰੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਵੇਖਿਆ, ਜਿਸ ਵਿੱਚ ਕਣਕ ਭਰੀ ਹੋਈ ਸੀ। ਉਸ ਬਰਤਨ ਵਿੱਚ ਕੀ ਭਰਿਆ ਹੋਇਆ ਸੀ? ਕਣਕ। ਪਰੰਤੂ ਉਹਦੇ ਮਾਤਾ ਜੀ ਕੀ ਨਿੰਮ ਦੇ ਸੁੱਕੇ ਪੱਤੇ ਉਸ ਭਾਂਡੇ ਵਿੱਚ, ਉਸ ਬਰਤਨ ਵਿੱਚ ਪਾ ਰਹੇ ਹਨ। ਮੈਂ ਬੜੀ ਹੈਰਾਨ ਸੀ ਕਿ ਅਜਿਹਾ ਕਿਉਂ। ਹੁਣ ਉਸਦੇ ਮਨ 'ਚ, ਕਿਉਂਕਿ ਨਿੰਮ ਤਾਂ ਇਨਸਾਨ ਨਹੀਂ ਖਾਂਦਾ, ਸੋ ਇਸ ਕਰਕੇ ਬੱਚੇ ਦੇ ਮਨ 'ਚ ਸਵਾਲ ਆ ਰਿਹਾ ਹੈ ਕਿ ਜੋ ਖਾਣ ਵਾਲੀ ਚੀਜ਼ ਹੈ, ਜੋ ਕਣਕ ਹੈ, ਜੋ ਧਾਨ ਹੈ, ਉਹਦੇ ਵਿੱਚ ਨਿੰਮ ਦੇ ਪੱਤੇ ਕਿਉਂ ਮਿਲਾਏ ਜਾ ਰਹੇ ਹਨ। ਜੇਕਰ ਫਸਲਾਂ ਦੇ ਬੀਜਾਂ ਨੂੰ ਲੰਬੇ ਸਮੇਂ ਲਈ ਜਮ੍ਹਾਂ ਰੱਖਣਾ ਹੋਵੇ ਤਾਂ ਉਸ ਨੂੰ ਨਮੀ, ਕੀਟਾਂ, ਚੂਹਿਆਂ ਅਤੇ ਸੂਖਮ ਜੀਵਾਂ ਤੋਂ ਸੁਰੱਖਿਅਤ ਰੱਖਣਾ ਪਵੇਗਾ। ਤਾਜ਼ੀ ਕੱਟੀ ਫਸਲ ਦੇ ਬੀਜਾਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇਕਰ ਤਾਜ਼ੀ ਕੱਟੀ ਫਸਲ ਦੇ ਬੀਜਾਂ ਨੂੰ ਸੁਕਾਏ ਬਿਨਾਂ ਉਸੇ ਸਮੇਂ ਸਟੋਰ ਕਰ ਲਿਆ ਜਾਵੇ ਤਾਂ ਉਹ ਸੂਖਮ ਜੀਵਾਂ ਦੇ ਹਮਲੇ ਕਾਰਨ ਨਸ਼ਟ ਹੋ ਜਾਣਗੇ। ਸੋ ਜੋ ਭੰਡਾਰਨ ਹੈ, ਉਸ ਤੋਂ ਬਾਅਦ ਉਸ ਵਿੱਚ ਜੋ ਤਾਜ਼ੀ ਫਸਲ ਹੈ, ਉਸ ਨੂੰ ਤਾਜ਼ੀ ਕੱਟੀ ਫਸਲ ਹੈ ਜਿਸ ਵਿੱਚ ਕਿ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੈ, ਉਸ ਨੂੰ ਸਿੱਧਾ ਹੀ ਸਟੋਰ ਨਹੀਂ ਕੀਤਾ ਜਾਂਦਾ, ਉਹਨੂੰ ਗੋਦਾਮਾਂ ਵਿੱਚ ਨਹੀਂ ਰੱਖਿਆ ਜਾਂਦਾ। ਉਸ ਨੂੰ ਪਹਿਲਾਂ ਉਸ ਵਿੱਚੋਂ ਨਮੀ ਦੀ ਮਾਤਰਾ ਘੱਟ ਕਰਨੀ ਪੈਂਦੀ ਹੈ, ਕਿਉਂਕਿ ਇਸ ਕਾਰਨ ਕੀ ਹੁੰਦਾ ਹੈ, ਇਹ ਕਰਨ ਨਾਲ ਕੀ ਹੁੰਦਾ ਹੈ ਕਿ ਉਹ ਸੂਖਮ ਜੀਵਾਂ ਦੇ ਹਮਲੇ ਤੋਂ ਬਚ ਸਕਦੀ ਹੈ। ਇਸ ਲਈ ਸਟਾਕ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਤਾਂ ਕਿ ਦਾਣਿਆਂ ਵਿੱਚ ਨਮੀ ਦੀ ਮਾਤਰਾ ਘੱਟ ਹੋ ਜਾਵੇ। ਇਸ ਤਰ੍ਹਾਂ ਕਰਨ ਨਾਲ ਕੀਟ, ਸੂਖਮ ਜੀਵ ਜਿਵੇਂ ਕਿ ਜੀਵਾਣੂ ਅਤੇ ਉੱਲੀਆਂ ਦੇ ਹਮਲੇ ਤੋਂ ਬਚਾਅ ਹੋ ਜਾਵੇਗਾ। ਸੋ ਇਸ ਭਾਣ ਨਾਲ ਕੀ ਹੋ ਜਾਏਗਾ, ਜੋ ਦਾਣੇ ਹਨ ਉਹ ਸੂਖਮ ਜੀਵਾਂ ਤੋਂ ਬਚਣਗੇ, ਉਹ ਕੀਟਾਂ ਤੋਂ ਬਚਣਗੇ, ਉਹ ਜੀਵਾਣੂਆਂ ਤੋਂ ਬਚਣਗੇ ਅਤੇ ਨਾਲ ਹੀ ਉਹਨਾਂ ਨੂੰ ਉੱਲੀ ਨਹੀਂ ਪਏਗੀ, ਉਹ ਉੱਲੀਆਂ ਤੋਂ ਵੀ ਬਚਣਗੇ। ਕਿਸਾਨ ਆਪਣੇ ਬਰਤਨ ਲਈ ਦਾਣਿਆਂ ਨੂੰ ਬੋਰੀਆਂ ਜਾਂ ਧਾਤ ਦੇ ਬਰਤਨਾਂ ਵਿੱਚ ਭੰਡਾਰ ਕਰਦੇ ਹਨ। ਜੋ ਘਰੇਲੂ ਭੰਡਾਰਨ ਹੈ ਉਹ ਬਰਤਨਾਂ ਵਿੱਚ ਕੀਤਾ ਜਾਂਦਾ ਹੈ ਜੋ ਕਿ ਧਾਤ ਦੇ ਬਣੇ ਹੁੰਦੇ ਹਨ। ਵੱਡੇ ਪੱਧਰ ਤੇ ਦਾਣਿਆਂ ਦਾ ਭੰਡਾਰ ਸੀਲੋਜ਼, ਗੋਦਾਮਾਂ ਵਿੱਚ ਕੀਤਾ ਜਾਂਦਾ ਹੈ ਤਾਂ ਕਿ ਦਾਣੇ ਚੂਹਿਆਂ ਜਾਂ ਕੀਟਾਂ ਤੋਂ ਬਚੇ ਰਹਿਣ। ਸੋ ਇਸ ਦੇ ਉਲਟ ਜਦੋਂ ਕਿ ਭੰਡਾਰਨ ਬਹੁਤ ਹੀ ਵੱਡੇ ਰੂਪ ਵਿੱਚ ਕਰਨਾ ਹੁੰਦਾ ਹੈ, ਵੱਡੇ ਪੱਧਰ ਤੇ ਕਰਨਾ ਹੁੰਦਾ ਹੈ, ਤਾਂ ਉਹ ਸਾਈਲੋਜ਼ ਜਾਂ ਗੋਦਾਮਾਂ ਵਿੱਚ ਕੀਤਾ ਜਾਂਦਾ ਹੈ। ਸੋ ਹੁਣ ਇਹ ਦੇਖੋ, ਇਹ ਜੋ ਪਹਿਲੀ ਦਾ ਸਵਾਲ ਜੋ ਪਿਛਲੇ ਪੇਜ ਤੇ ਸੀ, ਉਹ ਜਵਾਬ ਉਹਨੂੰ ਮਿਲ ਰਿਹਾ ਹੈ ਤੇ ਆਓ ਪੜ੍ਹੀਏ। ਘਰਾਂ ਵਿੱਚ ਅਨਾਜ ਦੇ ਭੰਡਾਰਨ ਸਮੇਂ ਸੁੱਕੇ ਹੋਏ ਨਿੰਮ ਦੇ ਪੱਤਿਆਂ ਨੂੰ ਘਰ ਦੇ ਬਰਤਨ ਵਿੱਚ ਪਾ ਦਿੱਤਾ ਜਾਂਦਾ ਹੈ। ਇਸ ਨਾਲ ਹੁੰਦਾ ਕੀ ਹੈ, ਇਸ ਤਰ੍ਹਾਂ ਕਰਨ ਨਾਲ ਅਨਾਜ ਸੁਰੱਖਿਅਤ ਰਹਿੰਦਾ ਹੈ, ਪਰੰਤੂ ਵੱਡੇ ਪੱਧਰ ਤੇ ਅਨਾਜ ਨੂੰ ਲੰਬੇ ਸਮੇਂ ਤੱਕ ਸੂਖਮ ਜੀਵਾਂ ਤੋਂ ਸੁਰੱਖਿਅਤ ਰੱਖਣ ਲਈ ਗੋਦਾਮਾਂ ਵਿੱਚ ਕੁਝ ਰਸਾਇਣਿਕ ਪਦਾਰਥਾਂ ਦੀ ਜ਼ਰੂਰਤ ਪੈਂਦੀ ਹੈ। ਸੋ ਨਿੰਮ ਨਾਲ ਕੀ ਹੁੰਦਾ ਹੈ, ਜੋ ਕੀਟ ਹਨ, ਕਿਉਂਕਿ ਨਿੰਮ ਜੋ ਹੈ ਉਹ ਕੌੜਾ ਹੁੰਦਾ ਹੈ, ਉਸ ਦੀ ਕੜਤਨ ਕਰਕੇ, ਉਸ ਦੀ ਖੁਸ਼ਬੂ ਕਰਕੇ ਜੋ ਕੀਟ ਹਨ
ਉਸ ਤੋਂ ਦੂਰ ਰਹਿੰਦੇ ਹਨ ਤੇ ਇਹ ਸੂਖਮ ਜੀਵਾਂ ਤੋਂ ਵੀ ਜੋ ਅਨਾਜ ਨੂੰ ਹੈ ਬਚਾ ਕੇ ਰੱਖਦਾ ਹੈ। ਸੋ ਇਹ ਦੇਖੋ ਤਸਵੀਰਾਂ, ਇਹ ਗੋਦਾਮ ਵਿੱਚ ਦੇਖੋ ਬੋਰੀਆਂ ਵਿੱਚ ਅਨਾਜ ਭਰ ਕੇ ਰੱਖਿਆ ਗਿਆ। ਇਹ ਸਾਈਲੋਜ਼ ਨੇ, ਸੀਲੋਜ਼। ਸੋ ਇਹ ਵੱਡੇ ਡਰਮਸ ਨੇ ਜਾਂ ਕਹਿ ਲਓ ਕੰਟੇਨਰਸ ਨੇ, ਬਰਤਨ ਨੇ ਵੱਡੇ ਜਿਨ੍ਹਾਂ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਅਨਾਜ ਨੂੰ ਸਟੋਰ ਕਰਕੇ ਰੱਖਿਆ ਗਿਆ। ਸੋ ਇਹ ਅਗਲਾ ਜੋ ਭਾਗ ਹੈ ਇਹ ਜੰਤੂਆਂ ਤੋਂ ਭੋਜਨ। ਹੁਣ ਤੱਕ ਅਸੀਂ ਫਸਲ ਦੀ ਗੱਲ ਕਰ ਰਹੇ ਸੀ, ਪਰੰਤੂ ਇਨਸਾਨ ਜੋ ਹੈ ਉਹ ਜੀਵਾਂ ਨੂੰ ਵੀ, ਜੰਤੂਆਂ ਨੂੰ ਵੀ ਫਸਲ ਦੇ ਵਾਂਗ ਹੀ ਉਗਾਉਂਦਾ ਹੈ, ਕਲਟੀਵੇਟ ਕਰਦਾ ਹੈ। ਉਗਾਉਂਦਾ ਤਾਂ ਨਹੀਂ ਹੈ ਭਾਵ, ਪਰ ਇੱਕ ਜੋ ਐਗਰੀਕਲਚਰ ਹੈ, ਜੋ ਖੇਤੀਬਾੜੀ ਹੈ, ਉਸ ਦਾ ਵੱਡਾ ਭਾਗ ਜੰਤੂਆਂ ਦਾ, ਪਸ਼ੂਆਂ ਦਾ ਪਾਲਣ ਵੀ ਹੈ। ਸੋ ਇਹਦੇ ਬਾਰੇ ਆਪਾਂ ਕੁਝ ਥੋੜਾ ਪੜਾਂਗੇ, ਜੋ ਕਿ ਅੱਗੇ ਜਾ ਕੇ ਤੁਸੀਂ ਆਪਣੀਆਂ ਵੱਡੀਆਂ ਕਲਾਸਾਂ ਵਿੱਚ ਇਸ ਨੂੰ ਡਿਟੇਲ ਵਿੱਚ ਪੜੋਗੇ, ਪਰੰਤੂ ਇੱਥੇ ਸਿਰਫ ਥੋੜਾ ਜਿਹਾ ਇਹਦਾ ਭਾਗ ਇਸ ਲੈਸਨ ਵਿੱਚ ਵੀ ਆਪਾਂ ਪੜਾਂਗੇ। ਸੋ ਇਸ ਵਿੱਚ ਇੱਕ ਕਿਰਿਆ, ਆਪਣੀ ਕਾਪੀ ਵਿੱਚ ਹੇਠਾਂ ਦਿੱਤੀ ਸਾਰਣੀ ਬਣਾਓ ਅਤੇ ਪੂਰੀ ਕਰੋ। ਇਹ ਤੁਸੀਂ ਕਿਰਿਆ ਜੋ ਹੈ ਆਪ ਕਰਨੀ ਹੈ। ਇਹਦੇ ਵਿੱਚ ਕਰਨਾ ਕੀ ਹੈ, ਤੁਸੀਂ ਪਹਿਲਾਂ ਦੇਖਣਾ ਹੈ ਕਿ ਤੁਸੀਂ ਪੂਰੇ ਦਿਨ ਵਿੱਚ ਕੀ ਕੁਝ ਖਾਂਦੇ ਹੋ, ਤੇ ਉਹਨੂੰ ਤੁਸੀਂ ਇੱਥੇ ਲਿਖੋਗੇ। ਭੋਜਨ, ਦੁੱਧ, ਇਹ ਐਗਜ਼ਾਮਪਲ ਦਿੱਤੀ ਹੋਈ ਹੈ, ਇੱਕ ਉਦਾਹਰਨ ਹੈ। ਇਹ ਦੁੱਧ ਤੁਹਾਨੂੰ ਕਿੱਥੋਂ ਮਿਲਦਾ ਹੈ? ਗਾਂ, ਮੱਝ, ਬੱਕਰੀ, ਇਹਨਾਂ ਪਸ਼ੂਆਂ ਤੋਂ। ਸੋ ਇਸੇ ਤਰ੍ਹਾਂ ਤੁਸੀਂ ਇੱਕ ਲਿਸਟ ਬਣਾਓਗੇ ਜਿਸ ਵਿੱਚ ਤੁਸੀਂ ਲਿਖੋਗੇ ਕਿ ਤੁਸੀਂ ਸਾਰਾ ਦਿਨ ਕੀ ਕੁਝ ਖਾਧਾ ਅਤੇ ਉਹ ਭੋਜਨ ਆਈਟਮ ਹੈ, ਜੋ ਉਹ ਭੋਜਨ ਦੀ ਚੀਜ਼ ਹੈ, ਉਹ ਤੁਹਾਨੂੰ ਕਿੱਥੋਂ ਮਿਲਦੀ ਹੈ? ਪਸ਼ੂ ਤੋਂ ਜਾਂ ਕਿਸੇ ਪੌਦੇ ਤੋਂ ਜਾਂ ਕਿਸੇ ਤੋਂ ਵੀ। ਸੋ ਇਹ ਤੁਸੀਂ ਸਾਰਣੀ ਬਣਾਉਣੀ ਹੈ ਤੇ ਇਹ ਇੱਕ ਐਕਸਰਸਾਈਜ਼ ਹੈ, ਇੱਕ ਕਿਰਿਆ ਹੈ ਜੋ ਕਿ ਤੁਸੀਂ ਕਰਨੀ ਹੈ। ਉਪਰੋਕਤ ਸਾਰਣੀ ਪੂਰੀ ਕਰਨ ਤੋਂ ਬਾਅਦ ਤੁਸੀਂ ਵੇਖੋਗੇ, ਇਹ ਜੇ ਤੁਸੀਂ ਕਰ ਲਓਗੇ ਤਾਂ ਤੁਸੀਂ ਇਸ ਵਿੱਚੋਂ ਬਹੁਤ ਹੀ ਕੁਝ ਸਿੱਖੋਗੇ। ਤੁਸੀਂ ਕੀ ਸਿੱਖੋਗੇ ਕਿ ਪੌਦਿਆਂ ਦੀ ਤਰ੍ਹਾਂ ਜੰਤੂ ਵੀ ਸਾਨੂੰ ਕਈ ਪ੍ਰਕਾਰ ਦੇ ਭੋਜਨ ਮੁਹੱਈਆ ਕਰਾਉਂਦੇ ਹਨ। ਬਹੁਤ ਸਾਰੇ ਲੋਕ ਜੋ ਤਟੀ ਖੇਤਰ ਕਿਹੜੇ ਹੁੰਦੇ ਨੇ? ਸਮੁੰਦਰਾਂ ਦੇ ਕਿਨਾਰੇ, ਜੋ ਸਮੁੰਦਰਾਂ ਦੇ ਕੰਢੇ ਰਹਿੰਦੇ ਹਨ, ਮੱਛੀ ਨੂੰ ਮੁੱਖ ਭੋਜਨ ਦੇ ਰੂਪ ਵਿੱਚ ਖਾਂਦੇ ਹਨ। ਸੋ ਉਹਨਾਂ ਦਾ ਮੁੱਖ ਭੋਜਨ ਕੀ ਹੈ, ਜੋ ਕਿ ਬਹੁਤ ਹੀ ਈਜ਼ੀਲੀ, ਬਹੁਤ ਹੀ ਆਸਾਨੀ ਨਾਲ ਉੱਥੇ ਅਵੇਲੇਬਲ ਹੈ, ਜੋ ਉਪਲਬਧ ਹੈ, ਉਸਨੂੰ ਉਹ ਮੱਛਲੀ ਹੈ। तो मच्छी ਨੂੰ बहुत ही ज़्यादा रूप ਵਿੱਚ, जो बहुत ही ज़्यादा मात्रा ਵਿੱਚ, जो मच्छी ਉਹਨਾਂ ਦੇ ਭੋਜਨ ਦਾ ਬਹੁਤ ਹੀ ਇੱਕ ਵੱਡਾ ਅੰਗ ਹੈ, ਤੇ ਉਹ ਮੱਛੀ ਨੂੰ ਮੁੱਖ ਭੋਜਨ ਦੇ ਵਿੱਚ ਖਾਂਦੇ ਹਨ। ਪਿਛਲੀਆਂ ਜਮਾਤਾਂ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਕਿ ਪੌਦਿਆਂ ਤੋਂ ਅਸੀਂ ਕਿਹੜਾ ਭੋਜਨ ਪ੍ਰਾਪਤ ਕਰਦੇ ਹਾਂ। ਇਸ ਅਧਿਆਇ ਵਿੱਚ ਅਸੀਂ ਇਹ ਵੇਖਿਆ ਹੈ ਕਿ ਫਸਲ ਦੇ ਉਤਪਾਦਨ ਸਮੇਂ ਸਾਨੂੰ ਕਿਹੜੇ ਕਦਮ ਚੁੱਕਣੇ ਪੈਂਦੇ ਹਨ, ਜਿਵੇਂ ਬੀਜਾਂ ਦੀ ਚੋਣ, ਬਿਜਾਈ ਆਦਿ। ਸੋ ਇਹ ਫਸਲ ਜੋ ਖੇਤੀਬਾੜੀ ਦੀ ਗੱਲ ਹੈ। ਇਸੇ ਤਰ੍ਹਾਂ ਘਰਾਂ ਵਿੱਚ ਜਾਂ ਖੇਤਾਂ ਵਿੱਚ ਪਸ਼ੂ ਪਾਲਣ ਲਈ ਵੀ ਸਾਨੂੰ ਉਹਨਾਂ ਦੀ ਉਚਿਤ ਖੁਰਾਕ, ਨਿਵਾਸ ਸਥਾਨ ਅਤੇ ਦੇਖਭਾਲ ਕਰਨੀ ਪੈਂਦੀ ਹੈ। ਸੋ ਜੋ ਪਸ਼ੂ ਧਨ ਹੈ, ਜੋ ਇਸ ਕਿਸਾਨ ਦੇ ਜਾਂ ਇਨਸਾਨ ਦੇ ਜੋ ਡੋਮੈਸਟਿਕ, ਜੋ ਪਾਲਤੂ ਪਸ਼ੂ ਹਨ, ਉਹਨਾਂ ਦੇ ਵੀ ਇਸੇ ਤਰ੍ਹਾਂ, ਜਿਵੇਂ ਕਿ ਉਸਨੇ ਫਸਲ ਦੀ ਰਾਖੀ ਕੀਤੀ ਹੈ, ਫਸਲ ਦਾ ਧਿਆਨ ਰੱਖਿਆ, ਉਸਦੇ ਪੋਸ਼ਕ ਤੱਤਾਂ ਦਾ ਭਾਵ ਖਾਣ ਦਾ, ਸਿੰਚਾਈ ਦਾ ਭਾਵ ਪੀਣ ਦਾ, ਸੋ ਸਾਰੇ ਉਸ ਨੂੰ ਧਿਆਨ ਰੱਖਣੇ ਪੈਂਦੇ ਹਨ। ਇਸੇ ਤਰ੍ਹਾਂ ਘਰਾਂ ਵਿੱਚ ਜਾਂ ਖੇਤਾਂ ਵਿੱਚ ਪਸ਼ੂ ਪਾਲਣ ਲਈ ਵੀ ਸਾਨੂੰ ਉਹਨਾਂ ਦੀ ਉਚਿਤ ਖੁਰਾਕ, ਨਿਵਾਸ ਸਥਾਨ ਅਤੇ ਦੇਖਭਾਲ ਕਰਨੀ ਪੈਂਦੀ ਹੈ। ਜਦੋਂ ਅਜਿਹਾ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਪਸ਼ੂ ਪਾਲਣ ਆਖਿਆ ਜਾਂਦਾ ਹੈ। ਸੋ ਘਰਾਂ ਵਿੱਚ ਤਾਂ 2, 4, 5, 7, 10 ਪਸ਼ੂ ਦੀ ਪਾਲਣਾ ਕੀਤੀ ਜਾਂਦੀ ਹੈ, ਪਰੰਤੂ ਜਦੋਂ ਇਹ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਪਸ਼ੂ ਪਾਲਣ ਆਖਿਆ ਜਾਂਦਾ ਹੈ। ਸੋ ਇਹਦੇ ਨਾਲ ਹੀ ਇਹ ਜੋ ਲੈਸਨ ਹੈ ਖਤਮ ਹੋ ਗਿਆ। ਇਹ ਪਹਿਲਾ ਲੈਸਨ ਸੀ, ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਸੋਹਣਾ ਲੈਸਨ ਹੈ। ਇਸ ਨੂੰ ਆਪਣੀ ਕਾਪੀ ਵਿੱਚ ਨੋਟ ਕਰੋ, ਵੱਧ ਤੋਂ ਵੱਧ ਇਸ ਦੇ ਹਿੱਸੇ, ਤੇ ਇਸ ਨੂੰ ਯਾਦ ਕਰੋ। ਜਦੋਂ ਤੁਸੀਂ ਇਸ ਨੂੰ ਅੱਛੀ ਤਰ੍ਹਾਂ ਪੜ੍ਹ ਲਓਗੇ, ਇਸ ਨੂੰ ਘੱਟੋ ਘੱਟ 4 ਜਾਂ 5 ਵਾਰ ਪੜ੍ਹੋ। ਸੋ ਜਦੋਂ ਤੁਸੀਂ ਇਸ ਨੂੰ ਪੂਰੀ ਤਰ੍ਹਾਂ ਪੜ੍ਹ ਲਓਗੇ ਤਾਂ ਜੋ ਕੁਐਸਚਨ ਆਨਸਰਸ, ਜੋ ਕਿ ਅਗਲੇ ਭਾਗ ਵਿੱਚ, ਜੋ ਇਸ ਸੀਰੀਜ਼ ਦੇ ਅਗਲੇ ਭਾਗ ਵਿੱਚ ਆਪਾਂ ਕਰਾਂਗੇ, ਉਹ ਤੁਹਾਡੇ ਵਾਸਤੇ ਬਹੁਤ ਹੀ ਆਸਾਨ ਹੋ ਜਾਣਗੇ, ਤੇ ਜੋ ਪੇਪਰਸ ਵਿੱਚ ਤੁਹਾਨੂੰ ਉਹ ਕਰਨ ਵਿੱਚ ਬਹੁਤ ਆਸਾਨੀ ਹੋਏਗੀ, ਬਿਲਕੁਲ ਵੀ ਦਿੱਕਤ ਨਹੀਂ ਆਏਗੀ। ਸੋ ਇਹਦੇ ਨਾਲ ਹੀ ਮੈਂ ਵਿਦਾ ਲੈਣਾ। ਧੰਨਵਾਦ।